सत श्री अकाल प्यारे विद्यार्थियों अज असी 7वीं जमात का चैप्टर नंबर 17 लाला लाजपत राय जी पढ़ांगे। इस चैप्टर के लेखक हैं बलवंत गार्गी जी। प्यारे बच्चों, इस चैप्टर के विच लाला लाजपत राय जी के जीवन संघर्ष ਅਤੇ देश की आज़ादी विच जो भी उन्होंने घोल किया, जो भी योगदान पाया, उस बारे पढ़ांगे। आओ ਆਪਾਂ सब तो पहला लाला लाजपत राय जी के बारे, उन्होंने जीवन बारे कुछ जानकारी सधारण शब्दों के विच हासिल करते हैं। लाला लाजपत राय जी के बारे जो चैप्टर असी पढ़ना है, आओ उस दियां कुछ सतरां इन्न विन्न पढ़ते हाँ तो जानते हाँ कि इस चैप्टर की शुरुआत किस तरह होंदी है। जगराओं के एक महल्ले विच पानी भरती हुई एक बुढ़ी नूं दूसरी बुढ़ी आखण लगी, नी लोड़ा आ गया। राह दे मुंशी दे पुत्र नूं पुलिस फड़ के लै गई। दूजी बुढ़ी ठोडी ते चीची रखते हुए निहोरे नाल आखिया, चंगा होया, उस दे तां चज ही इहो जिहे सन। सरकार नाल मत्था लाण लग्या ए, आखदा सी अंग्रेज दा राज भैड़ा ए, चंगी होई। अंग्रेज तो भाव अंग्रेज। मुंशी राधा कृष्ण दा ये मुंडा लाजपत राय सी। लाला लाजपत राय पंजाब केसरी, जिन्हां नूं 1907 ईस्वी विच लाहौर दी पुलिस उन्हां दियां सियासी ते बागी तकरीरां करके फड़ के लै गई सी। लाला जी दे नानके सिख धर्म नूं मनदे सन। सभे दाड़ी ते केस रखदे सन। लाला जी नूं निक्के हुंदे गुरबाणी दा पाठ ਅਤੇ ਸ਼ਬਦਾਂ ਦਾ ਰਾਜਮਾ ਰਸ ਨਾਨਕਿਓਂ ਮਿਲਿਆ। ਲਾਲਾ ਜੀ ਐਫਏ ਤੱਕ ਪੜ੍ਹੇ ਸਨ। ਇਸ ਪਿੱਛੋਂ ਉਹਨਾਂ ਨੇ ਮੁਖਤਾਰੀ ਪਾਸ ਕਰਕੇ ਵਕਾਲਤ ਸ਼ੁਰੂ ਕਰ ਦਿੱਤੀ। ਮੁਖਤਾਰੀ ਤੋਂ ਭਾਵ ਹੈ ਬੇਟਾ, ਜਿਵੇਂ ਅਸੀਂ ਬੋਲਦੇ ਹਾਂ ਲਾ, ਕਾਨੂੰਨ ਬਾਰੇ ਪੜ੍ਹਾਈ ਕੀਤੀ ਅਤੇ ਉਸ ਤੋਂ ਬਾਅਦ ਵਕਾਲਤ ਤੋਂ ਭਾਵ ਵਕੀਲੀ ਕਰਨੀ ਸ਼ੁਰੂ ਕਰ ਦਿੱਤੀ। ਪਹਿਲ ਜਦੋਂ ਜਗਰਾਓਂ ਤੋਂ ਇੱਕ ਮੁਕੱਦਮੇ ਦੀ ਪੈਰਵਾਈ ਕਰਨ ਲੱਗੇ ਤਾਂ ਉਹਨਾਂ ਦੀ ਫੀਸ सिर्फ 5 रुपए सी। जो उन्होंने बेटा केस लड़ने शुरू किए लोगों के, तो वह 5 रुपये लिया करते सन। आना जाना किराया भाड़ा सब इन्हां 5 रुपयों में शामिल हुंदा सी। वो हर मुकदमे नूं बड़े गौर नाल परखदे, दोवां धिरां दीयां सबना दलीलां नूं सोचदे। आम तौर पर विरोधी पार्टियां दीयां दलीलां नूं वो आप ही सोच लैंदे ते फिर उन्हां दे जवाब तैयार करदे। ਇਹੋ ਜਿਹੇ ਰਾਜ ਸਨ ਉਹਨਾਂ ਦੀ ਕਾਮਯਾਬੀ ਦੇ। ਇਸ ਕਰਕੇ ਇਸ ਪਿੱਛੋਂ ਜਦ ਉਹਨਾਂ ਸਿਆਸੀ ਲੜਾਈਆਂ ਲੜੀਆਂ, ਸਿਆਸੀ ਇਨਸਾਫ ਦੀ ਕਚਹਿਰੀ ਅੱਗੇ ਆਪਣੇ ਮੁਲਕ ਦੀ ਆਜ਼ਾਦੀ ਲਈ ਦਲੀਲਾਂ ਦਿੰਦੇ ਤਾਂ ਉਹ ਬੜੀਆਂ ਵਜ਼ਨਦਾਰ ਅਤੇ ਭਰਮੀਆਂ ਹੁੰਦੀਆਂ ਸਨ। ਸੋ ਬੇਟਾ ਜੀ ਗੱਲ ਕਰੀਏ ਕਿ ਜਦੋਂ ਉਹਨਾਂ ਨੇ ਵਕਾਲਤ ਸ਼ੁਰੂ ਕੀਤੀ ਤਾਂ ਉਹ 5 ਰੁਪਏ ਲਿਆ ਕਰਦੇ ਸੀ ਅਤੇ ਇਹਦੇ ਵਿੱਚ ਹੀ ਉਹਨਾਂ ਦਾ ਜਿਹੜਾ ਕਿਰਾਇਆ ਭਾੜਾ ਹੋਇਆ ਕਰਦਾ ਸੀ। ਅਤੇ ਉਸ ਤੋਂ ਬਾਅਦ ਬੇਟਾ ਉਹ ਹਿਸਾਰ ਚਲੇ ਗਏ, ਉੱਥੇ ਕੁਝ ਟਾਈਮ ਰਹੇ, ਉੱਥੇ ਵੀ ਮੁਕੱਦਮੇ ਲੜਦੇ। ਅਤੇ ਉਸ ਤੋਂ ਬਾਅਦ ਫਿਰ ਇੱਕ ਸਮਾਂ ਆਇਆ ਕਿ ਉਹ ਫਿਰ ਹਿਸਾਰ ਤੋਂ ਲਾਹੌਰ ਆ ਗਏ। ਜਿਹੜਾ ਲਾਹੌਰ ਸੀ ਬੇਟਾ, ਇੱਥੇ ਰਾਜਨੀਤਿਕ ਚੇਤਨਾ ਸੀ, ਇੱਥੇ ਬੜੇ ਕ੍ਰਾਂਤੀਕਾਰੀ ਸੁਭਾਅ ਵਾਲੇ ਲੋਕ ਸਨ। ਇੱਥੇ ਲੋਕ ਬਹੁਤ ਸਾਰੇ ਜਿਹੜੇ ਉਸ ਸਮੇਂ ਦੇ ਪ੍ਰਸ਼ਾਸਨ ਤੋਂ, ਉਸ ਸਮੇਂ ਦੇ ਸਿਸਟਮ ਤੋਂ ਤੰਗ ਆਏ ਹੋਏ ਸੀ। ਤਾਂ ਉਹ ਲਾਲਾ ਜੀ ਕੋਲ ਆਪਣੇ ਕੇਸ ਲਿਆਉਂਦੇ ਤਾਂ ਲਾਲਾ ਜੀ ਉਹਨਾਂ ਦੇ ਕੇਸ ਲੜਦੇ ਅਤੇ ਗਰਾਊਂਡ ਲੈਵਲ 'ਤੇ ਉਹ ਪਹੁੰਚਦੇ, ਉਹ ਦੇਖਦੇ ਕਿ ਕਿੰਨੇ ਲੋਕ ਦੁਖੀ ਨੇ। ਸੋ ਬੇਟਾ ਇਸੇ ਤਰ੍ਹਾਂ ਚੱਲਦੇ ਉਹ ਲੋਕਾਂ ਦੇ ਨਾਲ ਜੁੜ ਗਏ ਸੀਗੇ ਅਤੇ ਫਿਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਦੇ ਅਤੇ ਪ੍ਰਸ਼ਾਸਨ ਦੇ ਖਿਲਾਫ ਉਹ ਬਹੁਤ ਸਾਰੇ ਪ੍ਰੋਟੈਸਟ ਵੀ ਉਹਨਾਂ ਨੇ ਸ਼ੁਰੂ ਕਰ ਲਏ ਅਤੇ ਲੋਕਾਂ ਦੇ ਵਿੱਚ ਉਹਨਾਂ ਦਾ ਬੜਾ ਨਾਮ ਹੋਇਆ ਅਤੇ ਉਹ ਲੋਕਾਂ ਦੇ ਹੱਕਾਂ ਦੀ, ਮੰਗਾਂ ਦੀ, ਲੋਕਾਂ ਦੇ ਅਧਿਕਾਰਾਂ ਦੀ ਗੱਲ ਕਰਦੇ ਸੀ, ਕਿਉਂਕਿ ਉਹ ਲਾ ਕਾਨੂੰਨ ਜਾਣਦੇ ਸੀ। ਸੋ ਬੇਟਾ ਇਸੇ ਤਰ੍ਹਾਂ ਚੱਲਦਾ ਰਿਹਾ ਅਤੇ ਲਾਲਾ ਜੀ ਵੱਡੇ ਜਲਸੇ ਕਰਨ ਲੱਗ ਗਏ, ਵੱਡੇ ਜਿਹੜੀਆਂ ਲੋਕ ਸਭਾਵਾਂ ਬੁਲਾਉਣ ਲੱਗ ਗਏ ਅਤੇ ਉਹਦੇ ਵਿੱਚ ਉਹ ਲੋਕਾਂ ਦੇ ਨੂੰ ਅਵੇਅਰ ਕਰਨ ਲੱਗੇ ਕਿ ਤੁਹਾਡੇ ਜਿਹੜੇ ਰਾਈਟਸ ਨੇ ਕਿਵੇਂ ਖੋਏ ਜਾ ਰਹੇ ਨੇ, ਅਸੀਂ ਕਿਵੇਂ ਇਹ ਆਪਣੇ ਹੱਕ ਲੈ ਸਕਦੇ ਹਾਂ। ਸੋ ਜਦੋਂ ਅਸੀਂ ਬੇਟਾ ਕਿਸੇ ਨੂੰ ਚੰਗੇ ਕੰਮ ਲਈ ਪ੍ਰੇਰਿਤ ਕਰਦੇ ਹਾਂ ਤਾਂ ਜਿਹੜਾ ਉਸ ਸਮੇਂ ਦਾ ਪ੍ਰਸ਼ਾਸਨ ਆ ਉਹ ਸਾਨੂੰ ਚੰਗਾ ਨਹੀਂ ਸਮਝਦਾ। ਇੱਕ ਦਿਨ ਘਟਨਾ ਹੁੰਦੀ ਆ ਅਤੇ ਸਿਪਾਹੀ ਆਉਂਦੇ ਨੇ, ਲਾਲਾ ਜੀ ਨੂੰ ਕਹਿੰਦੇ ਜੀ ਤੁਹਾਨੂੰ ਕਮਿਸ਼ਨਰ ਸਾਹਿਬ ਨੇ ਬੁਲਾਇਆ। ਅਤੇ ਲਾਲਾ ਜੀ ਕਹਿੰਦੇ ਭਾਈ ਕਿੰਨਾ ਕੁ ਸਮਾਂ ਲੱਗੂਗਾ? ਕਹਿੰਦੇ ਵੱਧ ਵੀ ਲੱਗ ਸਕਦਾ। ਅਤੇ ਲਾਲਾ ਜੀ ਕਹਿੰਦੇ ਜੇ ਮੈਂ ਚੱਲੀਏ ਭਾਈ ਵਾਪਸ ਆਊਂਗਾ ਕਿ ਨਹੀਂ? ਕਹਿੰਦੇ ਹੋ ਸਕਦਾ ਨਾ ਵਾਪਸ ਆਊਂ। ਅਤੇ ਉਹ ਆਪਣੇ ਜਿਹੜਾ ਉਹਨਾਂ ਦਾ ਇਹ ਮੰਨ ਲਓ
ਕਿ ਉਹਨਾਂ ਦਾ ਇੱਕ ਸਹਾਇਕ ਮੁਨਸੀ ਰੱਖਿਆ ਹੋਇਆ ਸੀ ਜਿਹੜਾ ਉਹਨਾਂ ਦਾ ਕੰਮ ਦੇਖਦਾ ਸੀ। ਉਹਨੇ ਉਹਨਾਂ ਨੂੰ ਫਾਈਲਾਂ ਦਿੱਤੀਆਂ। ਕੁਝ ਜਿਹੜੇ ਕੇਸ ਲੋਕਾਂ ਦੇ ਚੱਲਦੇ ਸੀ ਉਹ ਨਾਲ ਦੇ ਵਕੀਲਾਂ ਨੂੰ ਦੇ ਕੇ ਉਹ ਕਮਿਸ਼ਨਰ ਦੀ ਗੱਡੀ 'ਚ ਬਹਿ ਕੇ ਚਲੇ ਜਾਂਦੇ ਨੇ ਅਤੇ ਸਾਰੇ ਮਤਲਬ ਇਲਾਕੇ ਦੇ ਵਿੱਚ ਖਬਰ ਫੈਲਦੀ ਹੈ ਕਿ ਲਾਲਾ ਜੀ ਗਿਰਫਤਾਰ ਹੋ ਗਏ, ਲਾਲਾ ਜੀ ਨੂੰ ਫੜ ਲਿਆ ਗਿਆ, ਲਾਲਾ ਜੀ ਗਿਰਫਤਾਰ ਹੋ ਗਏ। ਅਤੇ ਬੇਟਾ ਬੜੇ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਮਤਲਬ ਵਿਆਕੁਲਤਾ ਹੋਈ। ਲੋਕ ਬੜੇ ਇਸ ਚੀਜ਼ ਤੋਂ ਪਰੇਸ਼ਾਨ ਹੋਏ ਅਤੇ ਬੇਟਾ ਰਾਤੋਂ ਰਾਤ ਲਾਲਾ ਜੀ ਨੂੰ ਕਲਕੱਤੇ ਦੀ ਮਾਂਡਲੇ ਜੇਲ੍ਹ ਭੇਜ ਦਿੱਤਾ ਗਿਆ। ਇੱਥੇ ਲਾਲਾ ਜੀ ਮਾਂਡਲੇ ਜੇਲ੍ਹ ਦੇ ਵਿੱਚ 6 ਮਹੀਨੇ ਰਹੇ। ਉੱਥੇ ਬਹੁਤ ਸਾਰੇ ਜਿਹੜੇ ਪੰਜਾਬੀ ਸੀਗੇ ਲਾਲਾ ਜੀ ਨੂੰ ਮਿਲਦੇ ਅਤੇ ਲਾਲਾ ਜੀ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਪੰਜਾਬ ਦੇ ਵਿਸ਼ੇ 'ਤੇ। ਅਤੇ ਫਿਰ ਲਾਲਾ ਜੀ ਨੂੰ ਲੱਗਿਆ ਕਿ ਅਸੀਂ ਤਾਂ ਗੁਲਾਮੀ ਭੋਗ ਰਹੇ ਹਾਂ, ਇਸ ਗੁਲਾਮੀ ਤੋਂ ਬਚੇ ਹੀ ਤਾਂ ਜਾਊਗਾ ਜੇਕਰ ਅਸੀਂ ਅੰਗਰੇਜ਼ਾਂ ਦੇ ਖਿਲਾਫ ਹੋਵਾਂਗੇ। ਸਾਡੇ ਮੋਢਿਆਂ 'ਤੇ ਜਿਹੜੀਆਂ ਵਜਨ ਦੀਆਂ ਪੰਡਾਂ ਨੇ ਇਹ ਅੰਗਰੇਜ਼ ਸਰਕਾਰ ਨੇ ਰੱਖੀਆਂ ਨੇ। ਜਦੋਂ ਅਸੀਂ ਅੰਗਰੇਜ਼ ਸਰਕਾਰ ਤੋਂ ਖਹਿੜਾ ਛੁਡਾ ਲਾਂਗੇ ਫਿਰ ਇਹ ਸਾਡੇ ਮੋਢੇ 'ਤੇ ਰੱਖਿਆ ਵਜਨ ਲਊਗਾ। ਅਤੇ ਲਾਲਾ ਲਾਜਪਤ ਰਾਏ ਜੀ ਬੇਟਾ 6 ਮਹੀਨਿਆਂ ਦੀ ਜੇਲ੍ਹ ਕੱਟ ਕੇ ਫਿਰ ਉੱਥੋਂ ਕਲਕੱਤੇ ਤੋਂ ਫਿਰ ਲਾਹੌਰ ਆ ਗਏ। ਇੱਥੇ ਆ ਕੇ ਇਹਨਾਂ ਨੇ ਬਹੁਤ ਸਾਰੀਆਂ ਸਭਾਵਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਲੋਕਾਂ ਦੇ ਇਕੱਠਾਂ ਦੇ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ। ਅਤੇ ਬੇਟਾ ਇਹ ਕਿਹਾ ਜਾਂਦਾ ਕਿ 1 ਲੱਖ ਲੋਕਾਂ ਦੇ ਇਕੱਠ ਨੂੰ ਲਾਲਾ ਜੀ ਬਿਨਾਂ ਮਾਈਕ੍ਰੋਫੋਨ ਮਾਈਕ ਤੋਂ ਬਿਨਾਂ ਸੰਬੋਧਨ ਕਰ ਦਿੰਦੇ ਸੀ। ਐਡਾ ਮਤਲਬ ਉਹਨਾਂ ਦੇ ਅੰਦਰ ਜੋਸ਼ ਸੀ, ਐਡੀ ਉਹਨਾਂ ਦੀ ਆਵਾਜ਼ ਸੀ। ਸੋ ਬੇਟਾ ਇਸੇ ਤਰ੍ਹਾਂ ਉਹਨਾਂ ਨੇ ਆਪਣਾ ਜਿਹੜਾ ਕਾਰੋਬਾਰ ਸੀ ਉਹਦੇ ਨਾਲ ਫਿਰ ਤੋਂ ਜੁੜ ਗਏ, ਫਿਰ ਬਗਾਲਤ ਸ਼ੁਰੂ ਕਰ ਦਿੱਤੀ। ਅਤੇ ਬੇਟਾ ਇਹਨਾਂ ਕੋਲ ਜਿੰਨੇ ਵੀ ਪੈਸੇ ਆਉਂਦੇ ਉਹ ਸਾਰੇ ਮਤਲਬ ਕਿ ਕਾਂਗਰਸ ਪਾਰਟੀ ਨੂੰ ਦੇ ਦਿੰਦੇ। ਕਾਂਗਰਸ ਪਾਰਟੀ ਨੂੰ ਕਿਉਂ ਦੇ ਦਿੰਦੇ ਸੀ? ਕਿਉਂਕਿ ਕਾਂਗਰਸ ਪਾਰਟੀ ਉਹਨਾਂ ਦਿਨਾਂ ਦੇ ਵਿੱਚ ਸਤਰਕ ਸੀ ਕਿ ਅੰਗਰੇਜ਼ਾਂ ਨੂੰ ਦੇਸ਼ ਦੇ ਵਿੱਚੋਂ ਬਾਹਰ ਕਿਵੇਂ ਕੀਤਾ ਜਾਵੇ। ਸੋ ਕਹਿੰਦੇ ਇੱਕ ਵਾਰ ਦੀ ਗੱਲ ਆ ਕਿ ਲਾਲਾ ਜੀ ਕੋਲ ਨਾ 5000 ਤੋਂ ਉੱਪਰ ਕੋਈ 6-7 ਆਨੇ ਸਨ। ਅਤੇ ਉਹਨਾਂ ਨੇ ਕੀ ਕੀਤਾ, 5000 ਰੁਪਈਆ ਪਾਰਟੀ ਨੂੰ ਦਾਨ ਦੇ ਤਾ ਅਤੇ 6-7 ਆਨੇ ਆਪਣੇ ਖਰਚ ਲਈ ਰੱਖ ਲਏ। ਅਤੇ ਉਸ ਤੋਂ ਬਾਅਦ ਉਹਨਾਂ ਨੂੰ ਪੰਜਾਬ ਕੇਸਰੀ ਆਖਿਆ ਜਾਣ ਲੱਗਿਆ ਕਿ ਇਹਨੇ ਪੰਜਾਬ ਦੇ ਲਈ ਇੰਨੇ ਸਮਰਪਿਤ ਨੇ ਕਿ 6-7 ਆਨੇ ਆਪਣੇ ਕੋਲ ਰੱਖ ਲਏ, 5000 ਪਾਰਟੀ ਨੂੰ ਸੰਘਰਸ਼ ਕਰਨ ਲਈ ਦਾਨ ਦੇ ਵਿੱਚ ਦੇ ਦਿੱਤਾ। ਅਤੇ ਫਿਰ ਬੇਟਾ ਇਸੇ ਤਰ੍ਹਾਂ ਉਹ ਆਪਣੇ ਕੰਮ ਦੇ ਵਿੱਚ ਅੱਗੇ ਚੱਲਦੇ ਗਏ, ਲੋਕਾਂ ਨੂੰ ਅਵੇਅਰ ਕਰਦੇ ਗਏ। ਅਤੇ ਫਿਰ ਬੇਟਾ 1913-14 ਦੇ ਵਿੱਚ ਉਹ ਅਮਰੀਕਾ ਚਲੇ ਗਏ। ਉੱਥੇ ਜਾ ਕੇ ਬਹੁਤ ਸਾਰੇ ਲੋਕਾਂ ਨੂੰ ਦੱਸਿਆ ਕਿ ਭਾਰਤੀ ਲੋਕਾਂ ਨਾਲ ਕਿਵੇਂ ਧੱਕਾ ਹੋ ਰਿਹਾ, ਅਸੀਂ ਕਿਵੇਂ ਗੁਲਾਮੀ ਦੀ ਮਾਰ ਝੱਲ ਰਹੇ ਹਾਂ। ਅਤੇ ਉੱਥੇ ਬਹੁਤ ਸਾਰੇ ਅੰਗਰੇਜ਼, ਬਹੁਤ ਸਾਰੇ ਕ੍ਰਾਂਤੀਕਾਰੀ ਲੋਕ, ਬਹੁਤ ਸਾਰੇ ਪੰਜਾਬੀ ਲਾਲਾ ਜੀ ਦੇ ਵਿਚਾਰ ਸੁਣਦੇ ਅਤੇ ਇਹਨਾਂ ਨਾਲ ਜੁੜਦੇ ਚਲੇ ਗਏ। ਇਸ ਤਰ੍ਹਾਂ ਉਹਨਾਂ ਨੇ ਉੱਥੇ ਜਾ ਕੇ ਇੱਕ ਜੰਗ ਇੰਡੀਆ ਨਾਂ ਦੀ ਅਖਬਾਰ ਛਾਪਣੀ ਸ਼ੁਰੂ ਕੀਤੀ, ਜਿਹਦੇ ਵਿੱਚ ਲੋਕਾਂ ਨੂੰ ਮਤਲਬ ਅਵੇਅਰ ਕੀਤਾ ਗਿਆ, ਲੋਕਾਂ ਦੇ ਵਿੱਚ ਚੇਤਨਤਾ ਪੈਦਾ ਕੀਤੀ ਗਈ। ਇਸ ਅਖਬਾਰ ਦੇ ਮਾਧਿਅਮ ਰਾਹੀਂ ਲਾਲਾ ਜੀ ਆਖਿਆ ਕਰਦੇ ਸੀ ਕਿ ਮੈਂ ਹਿੰਦੁਸਤਾਨ ਦੀ ਜੰਗ ਦੀ ਜੋ ਤਿਆਰੀ ਚੱਲ ਰਹੀ ਆ, ਜਾਂ ਕਹਿੰਦੇ ਸੀ ਕਿ ਮੈਂ ਹਿੰਦੁਸਤਾਨ ਦੀ ਆਜ਼ਾਦੀ ਦੀ ਜੰਗ ਜਾਰੀ ਰੱਖਣ ਖਾਤਰ ਭੀਖ ਤੱਕ ਮੰਗ ਸਕਦਾ। ਕਹਿੰਦੇ ਉਧਾਰ ਤੱਕ ਚੁੱਕਾਂਗਾ, ਵਕਤ ਪਿਆ ਤਾਂ ਚੋਰੀ ਵੀ ਕਰਾਂਗਾ, ਪਰ ਮੁਲਕ ਦੀ ਆਜ਼ਾਦੀ ਦੀ ਲੜਾਈ ਨੂੰ ਪਿੱਛੇ ਨਹੀਂ ਪੈਣ ਦਿਆਂਗਾ। ਲਾਲਾ ਜੀ ਇਸ ਤਰ੍ਹਾਂ ਥਾਂ ਥਾਂ ਫਿਰਦੇ ਆਪਣੇ ਇਹ ਵਿਚਾਰ ਸੀ ਜਿਹੜੇ ਉਹਨਾਂ ਨੂੰ ਦੁਹਰਾਇਆ ਕਰਦੇ। ਇਸ ਤੋਂ ਬਹੁਤ ਸਾਰੇ ਲੋਕ ਪ੍ਰਭਾਵਿਤ ਹੋਏ। 1919 ਈਸਵੀ ਵਿੱਚ ਬੇਟਾ ਲਾਲਾ ਜੀ ਅਮਰੀਕਾ ਤੋਂ ਹਿੰਦੁਸਤਾਨ ਆ ਗਏ। ਉਸ ਟਾਈਮ ਜਿਹੜੀ ਫਸਟ ਵਰਲਡ ਵਾਰ ਲੱਗੀ ਹੋਈ ਸੀ ਉਹ ਖਤਮ ਹੋ ਗਈ ਸੀ, ਪਰ ਜਿਹੜੇ ਭਾਰਤੀ ਲੋਕ ਸੀ ਅਸੀਂ ਫਿਰ ਗੁਲਾਮੀ ਦੇ ਉਸੇ ਬੰਜਰ ਦੇ ਵਿੱਚ ਜਿਹੜੇ ਵੱਜੇ ਹੋਏ ਸੀ, ਫਸੇ ਹੋਏ ਸੀ। ਅਤੇ ਇੱਥੇ ਆ ਕੇ ਫਿਰ ਲਾਲਾ ਲਾਜਪਤ ਰਾਏ ਜੀ ਨੇ ਸੋਚਿਆ ਕਿ ਸਾਡੇ ਲੋਕਾਂ ਨੂੰ ਅਸੀਂ ਚੇਤਨ ਕਿਵੇਂ ਕਰੀਏ। ਫਿਰ ਇਹਨਾਂ ਨੇ ਇੱਕ ਉਸ ਟਾਈਮ ਨਾ ਇੱਕ ਲੇਡੀਜ਼ ਔਰਤ ਸੀ ਜਿਸਦਾ ਨਾਮ ਸੀ ਮਿਸ ਮੀਓ ਨਾਂ ਦੀ ਇੱਕ ਔਰਤ ਨੇ ਨਾ ਭਾਰਤ ਮਾਤਾ ਨਾਂ ਦੀ ਕਿਤਾਬ ਲਿਖੀ, ਜਿਹਦੇ ਵਿੱਚ ਭਾਰਤ ਨੂੰ ਜਿਹੜੀਆਂ ਕਮਜ਼ੋਰੀਆਂ ਸੀ ਭਾਰਤ ਦੀਆਂ ਉਹਦੇ ਵਿੱਚ ਉਹਨੇ ਖੰਡਨ ਕੀਤਾ। ਅਤੇ ਫਿਰ ਬੇਟਾ ਲਾਲਾ ਲਾਜਪਤ ਰਾਏ ਜੀ ਨੇ ਉਹਦੇ ਖਿਲਾਫ ਦੁਖੀ ਭਾਰਤ ਲਿਖ ਕੇ ਉਹਨੂੰ ਜਵਾਬ ਦਿੱਤਾ ਕਿ ਤੁਸੀਂ ਸਾਡੇ ਭਾਰਤ ਦੇ ਵਿੱਚ ਜਿਹੜੀਆਂ ਕਮਜ਼ੋਰੀਆਂ ਸੀ ਉਹਨਾਂ ਨੂੰ ਹੀ ਪਕੜ ਕੇ ਦੁਨੀਆ ਦੇ ਵਿੱਚ ਖਿਲਾਰਤਾ ਅਤੇ ਤੁਸੀਂ ਸਾਡੇ ਚੰਗੇ ਪੱਖ ਦੇਖੇ ਨਹੀਂ। ਅਤੇ ਉਹਨਾਂ ਨੇ ਇਹ ਜਿਹੜੀ ਕਿਤਾਬ ਸੀ ਭਾਰਤ ਮਾਤਾ ਮਿਸ ਮਿਓ ਨੇ ਲਿਖੀ ਸੀ, ਉਹਦੇ ਖਿਲਾਫ ਇੱਕ ਕਿਤਾਬ ਲਿਖੀ ਦੁਖੀ ਭਾਰਤ, ਜਿਹਦੇ ਵਿੱਚ ਇਹਨਾਂ ਨੇ ਬਹੁਤ ਸਾਰੇ ਭਾਰਤ ਦੇ ਜਿਹੜੇ ਦੁੱਖ ਤਕਲੀਫਾਂ ਨੂੰ ਫਰੋਲ ਕੇ ਦੁਨੀਆ ਦੇ ਸਾਹਮਣੇ ਪੇਸ਼ ਕੀਤਾ। ਸੋ ਬੇਟਾ ਇਸੇ ਤਰ੍ਹਾਂ ਜਿਹੜਾ ਉਹਨਾਂ ਦਾ ਨਾਮ ਚੱਲਦਾ ਗਿਆ। ਅਤੇ ਫਿਰ ਦੱਸਿਆ ਜਾਂਦਾ ਕਿ ਉਹਨਾਂ ਦਾ ਨਾ ਇੱਕ ਦੋਸਤ ਸੀਗਾ ਦਵਾਰਕਾ ਦਾਸ ਅੰਬਾਲੇ ਤੋਂ, ਵਕੀਲ ਸਨ। ਇਹਨਾਂ ਨੇ ਨਾ ਆਪਣੇ ਦੋਸਤ ਨੂੰ ਬਹੁਤ ਸਾਰਾ ਦਾਨ ਦਿੱਤਾ ਅਤੇ ਉਹਦੀ ਯਾਦ ਵਿੱਚ, ਜੇ ਅਸੀਂ ਕਹਿੰਦੇ ਨਾ ਜਦੋਂ ਅਸੀਂ ਕੋਈ ਸਾਡੇ ਵਿੱਚੋਂ ਚਲਿਆ ਜਾਂਦਾ ਫਿਰ ਅਸੀਂ ਉਹਦੀ ਯਾਦ ਦੇ ਵਿੱਚ ਕੁਝ ਬਣਾਉਣੇ ਆ, ਤਾਂ ਇਹਨਾਂ ਨੇ ਦਵਾਰਕਾ ਦਾਸ ਲਾਇਬ੍ਰੇਰੀ ਕਾਇਮ ਕੀਤੀ। ਕਿਹਾ ਜਾਂਦਾ ਕਿ ਇਹ ਲਾਇਬ੍ਰੇਰੀ ਵਿੱਚ ਬਹੁਤ ਸਾਰੀਆਂ ਸਿਆਸੀ ਆਰਥਿਕ ਵਿਸ਼ੇ ਉੱਤੇ ਕਿਤਾਬਾਂ ਸਨ। ਕਹਿੰਦੇ ਪੰਜਾਬ ਵਿੱਚ ਸ਼ਾਇਦ ਹੀ ਕਿਸੇ ਹੋਰ ਲਾਇਬ੍ਰੇਰੀ ਵਿੱਚ ਇੰਨੀਆਂ ਕਿਤਾਬਾਂ ਸੀ। ਇੱਥੇ ਇਹਨਾਂ ਨੇ
ਦਵਾਰਕਾ ਦਾਸ ਨਾਂ ਦੀ ਜਿਹੜੀ ਲਾਇਬ੍ਰੇਰੀ ਸੀਗੀ ਉਹ ਸਥਾਪਿਤ ਕੀਤੀ। ਬਹੁਤ ਸਾਰੇ ਲੋਕ ਉੱਥੇ ਸਾਹਿਤ ਨੂੰ ਪੜ੍ਹਦੇ ਅਤੇ ਅਵੇਅਰ ਹੁੰਦੇ। ਅਤੇ ਫਿਰ ਬੇਟਾ ਇਹਨਾਂ ਨੇ ਨਾ ਜਦੋਂ ਦੇਖਿਆ ਕਿ ਸਾਡੇ ਲੋਕਾਂ ਨੂੰ ਅਸੀਂ ਕਿਵੇਂ ਜਾਗਰੂਕ ਕਰੀਏ, ਤਾਂ ਫਿਰ ਬੇਟਾ ਇਹਨਾਂ ਨੇ ਲਾਹੌਰ ਦੇ ਬਰੈਡਲਾ ਹਾਲ ਵਿੱਚ ਇੱਕ ਨੈਸ਼ਨਲ ਕਾਲਜ ਖੋਲ੍ਹਿਆ, ਜਿੱਥੇ ਬਹੁਤ ਸਾਰੇ ਦੇਸ਼ ਭਗਤ ਇਨਕਲਾਬੀ ਨੌਜਵਾਨਾਂ ਨੇ ਵਿੱਦਿਆ ਹਾਸਲ ਕੀਤੀ। ਇਹ ਹੁਣ ਜੇ ਅਸੀਂ ਗੱਲ ਕਰੀਏ ਪ੍ਰੋਫੈਸਰ ਦੇ ਤੌਰ 'ਤੇ ਇਹਨਾਂ ਨੇ ਜੋਬ ਕੀਤੀ ਬੇਟਾ। ਇੱਥੇ ਲਾਲਾ ਜੀ ਵੀ ਇਸ ਕਾਲਜ ਵਿੱਚ ਪੜ੍ਹਾਉਂਦੇ ਸੀ ਅਤੇ ਕਾਲਜ ਵਿੱਚ ਭਗਤ ਸਿੰਘ ਵੀ ਇਸੇ ਕਾਲਜ ਵਿੱਚ ਪੜ੍ਹਿਆ ਕਰਦੇ ਸੀ। ਸੋ ਬੇਟਾ ਫਿਰ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਨੇ ਨੌਜਵਾਨਾਂ ਨੂੰ ਜਾਗਰੂਕ ਕਰਿਆ ਕਿ ਕਿਉਂ ਨਾ ਆਪਾਂ ਦੇਸ਼ ਦੇ ਖਿਲਾਫ ਆਪਣੇ ਨੌਜਵਾਨਾਂ ਨੂੰ ਖੜ੍ਹੇ ਕਰੀਏ। ਫਿਰ ਬੇਟਾ 30 ਅਕਤੂਬਰ 1928 ਦੇ ਦਿਨ ਦੀ ਗੱਲ ਆ ਕਿ ਸਾਈਮਨ ਕਮਿਸ਼ਨ ਲਾਹੌਰ ਆ ਰਿਹਾ ਸੀ ਅਤੇ ਸਟੇਸ਼ਨ 'ਤੇ ਲੋਕਾਂ ਦਾ ਠਾਠਾ ਮਾਰਦਾ ਇਕੱਠ ਕਾਲੇ ਝੰਡੇ ਲਹਿਰਾ ਰਹੇ ਸਨ ਅਤੇ ਕਹਿ ਰਹੇ ਸੀ ਸਾਈਮਨ ਕਮਿਸ਼ਨ ਗੋ ਬੈਕ। ਅਤੇ ਉਸ ਜਲਸੇ ਦੀ ਜਿਹੜੀ ਅਗਵਾਈ ਸੀ ਇਹ ਲਾਲਾ ਲਾਜਪਤ ਰਾਏ ਜੀ ਕਰ ਰਹੇ ਸੀ। ਕਿਹਾ ਜਾਂਦਾ ਕਿ ਉਸ ਜਲਸੇ ਦੇ ਵਿੱਚ ਭਗਤ ਸਿੰਘ ਵੀ ਸੀਗੇ। ਅਤੇ ਇਹ ਨੌਜਵਾਨ ਯੂਥਾਂ ਨੇ ਜਦੋਂ ਦਾ ਵਿਰੋਧ ਕੀਤਾ ਤਾਂ ਉਸ ਸਮੇਂ ਦੀ ਜਿਹੜੀ ਅੰਗਰੇਜ਼ ਸਰਕਾਰ ਸੀ ਉਹਨਾਂ ਨੇ ਕਿਹਾ ਸੀ ਵੀ ਕੋਈ ਵੀ ਬੰਦਾ ਸੜਕਾਂ 'ਤੇ ਨਹੀਂ ਆਊਗਾ, ਬਟ ਇਹਨਾਂ ਨੇ ਉਸ ਲਾ ਆਰਡਰ ਨੂੰ ਨਾ ਮੰਨਿਆ ਅਤੇ ਇਹਨਾਂ ਨੇ ਜਲਸਾ ਕੀਤਾ, ਵਿਰੋਧ ਕੀਤਾ। ਤਾਂ ਕਿਹਾ ਜਾਂਦਾ ਬੇਟਾ ਜਿਹੜਾ ਉਸ ਸਮੇਂ ਦਾ ਨਾ ਪੁਲਿਸ ਕਪਤਾਨ ਸੀ ਮਿਸਟਰ ਸਕਾਟ ਨੇ ਇਹਨਾਂ 'ਤੇ ਲਾਠੀ ਚਾਰਜ ਕਰ ਦਿੱਤਾ ਅਤੇ ਲਾਲਾ ਲਾਜਪਤ ਰਾਏ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਅਤੇ 1 ਮਹੀਨੇ ਤੋਂ ਲੰਮਾ ਟਾਈਮ ਜਿਹੜੇ ਲਾਲਾ ਲਾਜਪਤ ਰਾਏ ਜੀ ਹੌਸਪੀਟਲ ਦੇ ਵਿੱਚ ਦਾਖਲ ਰਹੇ ਅਤੇ ਇਹਨਾਂ ਦੀ ਜਿਹੜੀਆਂ ਸੱਟਾਂ ਸੀ ਉਹ ਗੰਭੀਰ ਸੀ। ਅਤੇ ਕਿਹਾ ਜਾਂਦਾ ਕਿ 17 ਨਵੰਬਰ 1928 ਨੂੰ ਤੜਕੇ 4 ਵਜੇ ਲਾਲਾ ਜੀ ਦੇ ਬੱਖੀ ਦੇ ਵਿੱਚ ਦਰਦ ਉੱਠਿਆ। ਇਹਨਾਂ ਨੇ ਚਾਹ ਮੰਗੀ, ਜਦੋਂ ਚਾਹ ਲੈ ਕੇ ਆ ਹੀ ਰਹੇ ਸੀ ਇਸ ਤੋਂ ਪਹਿਲਾਂ ਹੀ ਜਿਹੜਾ ਲਾਲਾ ਜੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਸੋ ਬੇਟਾ 17 ਨਵੰਬਰ 1928 ਨੂੰ ਲਾਲਾ ਜੀ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਅਤੇ ਇਹਨਾਂ ਦੇ ਸੋਗ ਵਿੱਚ ਪ੍ਰੋਫੈਸਰ, ਵਿਦਿਆਰਥੀ, ਕਚਹਿਰੀ ਦੇ ਵਕੀਲ, ਹਾਈ ਕੋਰਟ ਦੇ ਜੱਜ, ਦੁਕਾਨਦਾਰ, ਅਫਸਰ, ਸੜਕਾਂ 'ਤੇ ਰੂੜੀ ਕੁੱਟਣ ਵਾਲੇ ਮਜ਼ਦੂਰ ਸਭ ਮਾਤਮੀ ਜਲੂਸ ਵਿੱਚ ਸ਼ਾਮਲ ਸਨ। 4 ਲੱਖ ਤੋਂ ਉੱਪਰ ਲੋਕ ਹੋਣਗੇ ਜੋ ਡੁਸਕਦੇ ਹੋਏ ਸਿਰ ਨੀਵਾਂ ਸੁੱਟੀ ਲਾਲਾ ਜੀ ਦੀ ਅਰਥੀ ਨਾਲ ਜਾ ਰਹੇ ਸਨ। ਦੁਕਾਨਾਂ, ਸਕੂਲ, ਕਚਹਿਰੀਆਂ, ਦਫ਼ਤਰ ਸਭ ਬੰਦ ਕੀਤੇ ਗਏ। ਤਾਂ ਫਿਰ ਬੇਟਾ ਰਾਵੀ ਦੇ ਕਿਨਾਰੇ ਉਹਨਾਂ ਦਾ ਦਾਹ ਸੰਸਕਾਰ ਕੀਤਾ ਗਿਆ। ਇਸੇ ਰਾਵੀ ਦੇ ਕਿਨਾਰੇ ਉਸ ਤੋਂ ਅਗਲੇ ਸਾਲ ਉਹਨਾਂ ਦੀ ਯਾਦ ਵਿੱਚ ਅਤੇ ਮੁਲਕ ਲਈ ਮੁਕੰਮਲ ਆਜ਼ਾਦੀ ਦੀ ਮੰਗ ਦਾ ਮਤਾ ਪਾਸ ਕੀਤਾ ਗਿਆ। 1 ਸਾਲ ਬਾਅਦ ਬੇਟਾ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਇੱਥੇ ਤਿਰੰਗਾ ਲਹਿਰਾਇਆ ਅਤੇ ਸਾਰੇ ਦੇਸ਼ ਵਾਸੀਆਂ ਨੂੰ ਕਿਹਾ ਕਿ ਅਸੀਂ ਹੁਣ ਦੇਸ਼ ਨੂੰ ਮੁਕੰਮਲ ਤੌਰ 'ਤੇ ਆਜ਼ਾਦ ਕਰਵਾਵਾਂਗੇ। ਸੋ ਬੇਟਾ ਇਹ ਜਿਹੜਾ ਚੈਪਟਰ ਆ ਉਹਦੇ ਬਾਰੇ ਤੁਹਾਨੂੰ ਮੋਟੀ ਮੋਟੀ ਜਿਹੜੀ ਜਾਣਕਾਰੀ ਦਿੱਤੀ ਗਈ। ਸੋ ਆਓ ਆਪਾਂ ਹੁਣ ਇਸ ਚੈਪਟਰ ਨਾਲ ਸੰਬੰਧਿਤ ਜਿਹੜੇ ਤੁਹਾਡੇ ਸਵਾਲ ਜਵਾਬ ਨੇ ਉਹਨਾਂ ਨੂੰ ਪੜ੍ਹਦੇ ਹਾਂ ਅਤੇ ਸਮਝਦੇ ਹਾਂ। ਪਹਿਲਾ ਸਵਾਲ ਹੈ ਕਿ ਲਾਲਾ ਲਾਜਪਤ ਰਾਏ ਜੀ ਦੇ ਬਚਪਨ ਉੱਤੇ ਨਾਨਕਾ ਜਾਂ ਨਾਨਕੇ ਪਰਿਵਾਰ ਦਾ ਕੀ ਪ੍ਰਭਾਵ ਪਿਆ। ਹੁਣ ਅਸੀਂ ਜੇ ਦੇਖੀਏ ਉੱਪਰ ਅਸੀਂ ਚੈਪਟਰ ਦੇ ਵਿੱਚ ਜਾਣਕਾਰੀ ਹਾਸਿਲ ਕੀਤੀ ਆ ਕਿ ਜਿਹੜੇ ਉਹਨਾਂ ਦੇ ਨਾਨਕਾ ਪਰਿਵਾਰ ਸੀਗਾ ਉਹ ਸਿੱਖ ਧਰਮ ਨੂੰ ਮੰਨਦੇ ਸੀ। ਗੁਰਬਾਣੀ ਸ਼ਬਦ ਬਹੁਤ ਸਾਰਾ ਜਿਹੜਾ ਧਾਰਮਿਕ ਸਾਹਿਤ ਸੀਗਾ ਉਹਨਾਂ ਨੇ ਆਪਣੇ ਨਾਨਕੇ ਪਿੰਡ ਤੋਂ ਗ੍ਰਹਿਣ ਕੀਤਾ। ਆਓ ਪੜ੍ਹਦੇ ਹਾਂ ਉੱਤਰ ਕਿ ਲਾਲਾ ਜੀ ਦੇ ਨਾਨਕੇ ਸਿੱਖ ਹੋਣ ਕਾਰਨ ਉਹਨਾਂ ਨੂੰ ਨਾਨਕਿਆਂ ਤੋਂ ਗੁਰਬਾਣੀ ਅਤੇ ਸ਼ਬਦਾਂ ਦਾ ਰਸ ਪ੍ਰਾਪਤ ਹੋਇਆ। ਇਹ ਪ੍ਰਭਾਵ ਸੀ ਕਿ ਨਾਨਕੇ ਪਰਿਵਾਰ ਸਿੱਖ ਹੋਣ ਕਾਰਨ ਉਹਨਾਂ ਨੂੰ ਨਾਨਕਿਆਂ ਤੋਂ ਗੁਰਬਾਣੀ ਅਤੇ ਸ਼ਬਦਾਂ ਦਾ ਰਸ ਪ੍ਰਾਪਤ ਹੋਇਆ। ਇਹ ਤੁਸੀਂ ਪਹਿਲੇ ਪ੍ਰਸ਼ਨ ਦੇ ਉੱਤਰ ਦੇ ਰੂਪ ਵਿੱਚ ਲਿਖਣਾ ਹੈ। ਅਗਲਾ ਹੈ 2 ਨੰਬਰ ਸਵਾਲ। ਆ ਤੁਸੀਂ ਬੇਟਾ ਕਾਰਨਰ ਦੇ ਉੱਪਰ ਫੋਟੋ ਦੇਖ ਰਹੇ ਹੋ, ਇਹ ਲਾਲਾ ਲਾਜਪਤ ਰਾਏ ਜੀ ਦੀ ਫੋਟੋ ਹੈ। ਇਸ ਚੈਪਟਰ ਦੇ ਲਾਸਟ ਦੇ ਵਿੱਚ ਜਿਹੜੀ ਓਰੀਜਨਲ ਫੋਟੋਆਂ ਨੇ ਲਾਲਾ ਲਾਜਪਤ ਰਾਏ ਜੀ ਦੀਆਂ 2 ਤੁਹਾਡੇ ਨਾਲ ਉਹ ਵੀ ਸਾਂਝੀਆਂ ਕਰਾਂਗੇ। ਆਓ ਪੜ੍ਹਦੇ ਹਾਂ ਸਵਾਲ ਨੰਬਰ 2। ਲਾਲਾ ਜੀ ਪੇਸ਼ੇ ਵਜੋਂ ਵਕੀਲ ਸਨ। ਉਹਨਾਂ ਦਾ ਆਪਣੇ ਪੇਸ਼ੇ ਵਿੱਚ ਕਾਮਯਾਬ ਹੋਣ ਦਾ ਕੀ ਰਾਜ਼ ਸੀ। ਪਹਿਲੀ ਗੱਲ ਤਾਂ ਇਹ ਬੇਟਾ ਉਹ ਵੀ ਦੋਵੇਂ ਧਿਰਾਂ ਨੂੰ ਢੰਗ ਨਾਲ ਸੁਣਦੇ ਸੀ ਅਤੇ ਜੋ ਉਹਨਾਂ ਦੇ ਵਿਰੋਧੀਆਂ ਨੇ ਉਹਨਾਂ ਬਾਰੇ ਕਲਪਨਾ ਕਰਨੀ ਹੁੰਦੀ ਸੀ ਉਹ ਸਵਾਲ ਉਹ ਪਹਿਲਾਂ ਆਪ ਹੀ ਸੋਚ ਲੈਂਦੇ ਸੀ ਵੀ ਜੇ ਉਹਨਾਂ ਨੇ ਐਂ ਸਵਾਲ ਕੀਤਾ ਤਾਂ ਅਸੀਂ ਐਵੇਂ ਉੱਤਰ ਦੇਵਾਂਗੇ, ਜੇ ਉਹਨਾਂ ਨੇ ਐਂ ਸੋਚਿਆ ਤਾਂ ਆਪਾਂ ਐਵੇਂ ਉੱਤਰ ਦੇਵਾਂਗੇ। ਮਤਲਬ ਕਿ ਐਡਵਾਂਸ ਵਿੱਚ ਸੋਚ ਕੇ ਚੱਲਦੇ ਸੀ। ਆਓ ਪੜ੍ਹਦੇ ਹਾਂ ਸਵਾਲ ਨੰਬਰ 2 ਦਾ ਉੱਤਰ। ਲਾਲਾ ਜੀ ਹਰ ਮੁਕੱਦਮੇ ਨੂੰ ਗੌਰ ਨਾਲ ਪਰਖ ਕੇ ਅਤੇ ਦੋਹਾਂ ਪੱਖਾਂ ਦੀਆਂ ਦਲੀਲਾਂ ਧਿਆਨ ਨਾਲ ਸੁਣਦੇ ਸਨ। ਗੌਰ ਨਾਲ ਪਰਖਣ ਦਾ ਭਾਵ ਹੁੰਦਾ ਬੇਟਾ ਬਹੁਤ ਗਹਿਰਾਈ ਨਾਲ ਜਾਂਚ ਕਰਨੀ। ਦੋਹਾਂ ਪੱਖਾਂ ਭਾਵ ਜਿਹਦੇ ਨਾਲ ਉਹ ਖੜ੍ਹੇ ਨੇ ਅਤੇ ਜਿਹੜਾ ਉਹਨਾਂ ਦਾ ਵਿਰੋਧ ਕਰਦਾ, ਉਹ ਦੋਨਾਂ ਦੀਆਂ ਦਲੀਲਾਂ ਨੂੰ ਧਿਆਨ ਨਾਲ ਸੁਣਦੇ ਕਿ ਮੇਰੇ ਵਾਲੇ ਪੱਖ ਦੇ ਬੰਦੇ ਕੀ ਕਹਿ ਰਹੇ ਨੇ, ਦੂਸਰੇ ਪੱਖ ਦੇ ਕੀ ਕਹਿ ਰਹੇ ਨੇ। ਉਹ ਵਿਰੋਧੀ ਧਿਰ ਦੀਆਂ ਦਲੀਲਾਂ ਆਪ ਹੀ ਸੋਚ ਕੇ
ਪਹਿਲਾਂ ਹੀ ਜਵਾਬ ਤਿਆਰ ਕਰ ਲੈਂਦੇ ਸਨ। ਉਹ ਜਿਹੜੇ ਨਾ ਮਤਲਬ ਆਪਾਂ ਜਿਹੜਾ ਵਕੀਲ ਹੁੰਦਾ ਬੇਟਾ, ਉਹ ਬਚਾਅ ਪੱਖ ਲਈ ਅਸੀਂ ਕਰਦੇ ਹਾਂ, ਅਤੇ ਜਿਹੜੇ ਵੀ ਬੰਦੇ ਦਾ ਲਾਲਾ ਜੀ ਕੇਸ ਲੜਦੇ ਉਹ ਉਹਦੀ ਵੀ ਗੱਲ ਧਿਆਨ ਨਾਲ ਸੁਣਦੇ ਅਤੇ ਵਿਰੋਧੀ ਦੀ ਵੀ ਗੱਲ ਸੁਣਦੇ। ਅਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਉਹਦੀ ਇਨਵੈਸਟੀਗੇਸ਼ਨ ਚੱਲਦੀ, ਕੇਸ ਅੱਗੇ ਜਾਂਦਾ ਜੱਜ ਸਾਹਿਬਾਨ ਕੋਲ, ਤਾਂ ਉਹ ਆਪਣੇ ਦਿਮਾਗ ਦੇ ਵਿੱਚ ਪਹਿਲਾਂ ਹੀ ਸਵਾਲ ਪੈਦਾ ਕਰਕੇ ਉਹਨਾਂ ਦੇ ਜਵਾਬ ਆਪਣੇ ਕੋਲੋਂ ਘੜ ਕੇ ਰੱਖਦੇ ਸੀ ਵੀ ਸਾਡੇ ਵਿਰੋਧੀ ਸਾਡੇ ਤੋਂ ਇਹ ਜਿਹੜੇ ਸਵਾਲ ਨੇ ਉਹ ਪੁੱਛ ਸਕਦੇ ਨੇ। ਸੋ ਇਸ ਕਰਕੇ ਬੇਟਾ ਉਹ ਕਾਮਯਾਬ ਵਕੀਲ ਸੀਗੇ। ਉਹ ਦੋਵੇਂ ਪੱਖਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਦੇ ਅਤੇ ਹਰੇਕ ਕੇਸ ਦੀ ਬੜੇ ਧਿਆਨ ਨਾਲ ਜਿਹੜੀ ਜਾਂਚ ਪੜਤਾਲ ਕਰਿਆ ਕਰਦੇ ਸਨ। ਅਗਲਾ ਹੈ ਪ੍ਰਸ਼ਨ ਨੰਬਰ ਈਡੀ, ਲਾਲਾ ਲਾਜਪਤ ਰਾਏ ਨੂੰ ਪੰਜਾਬ ਕੇਸਰੀ ਕਿਉਂ ਕਿਹਾ ਜਾਂਦਾ ਹੈ? ਉੱਤਰ, ਲਾਲਾ ਜੀ ਵੱਲੋਂ ਦੇਸ਼ ਦੀ ਆਜ਼ਾਦੀ ਲਈ ਹੁੰਦੇ ਵੱਡੇ ਜਲਸਿਆਂ ਵਿੱਚ ਸ਼ੇਰ ਵਾਂਗ ਗੱਜਣ ਕਰਕੇ ਉਹਨਾਂ ਨੂੰ ਪੰਜਾਬ ਕੇਸਰੀ ਆਖਿਆ ਜਾਂਦਾ ਹੈ। ਜਿਵੇਂ ਆਪਾਂ ਉੱਪਰ ਬੇਟਾ ਗੱਲ ਕਰੀ ਸੀ ਕਿ 1 ਲੱਖ ਲੋਕਾਂ ਦੇ ਇਕੱਠ ਨੂੰ ਲਾਲਾ ਜੀ ਬਿਨਾਂ ਮਾਈਕ ਤੋਂ ਸੰਬੋਧਨ ਕਰਦੇ ਸੀ, ਤਾਂ ਹਿਸਾਬ ਲਾ ਲਓ ਬੇਟਾ ਵੀ 1 ਲੱਖ ਬੰਦੇ ਦੀ ਜੋ ਗੱਲ ਉਹ ਪਹਿਲੀ ਲਾਈਨ ਸਮਝ ਰਹੀ ਆ, ਉਹ ਲਾਸਟ ਵਾਲੀ ਲਾਈਨ ਵੀ ਸਮਝਦੀ ਸੀ। ਸੋ ਦੇਖ ਲਓ ਉਹਨਾਂ ਦੇ ਅੰਦਰ ਕਿੱਡਾ ਮਤਲਬ ਜਜ਼ਬਾ ਸੀ, ਕਿੱਡੀ ਹਿੰਮਤ ਸੀ, ਕਿੰਨਾ ਹੌਸਲਾ ਸੀ, ਕਿੰਨਾ ਉਹਨਾਂ ਦੇ ਅੰਦਰ ਰੋਸ ਸੀਗਾ ਅੰਗਰੇਜ਼ਾਂ ਦੇ ਖਿਲਾਫ। ਜਦੋਂ ਬੋਲਦੇ 1 ਲੱਖ ਬੰਦੇ ਤੱਕ ਉਹਨਾਂ ਦੀ ਆਵਾਜ਼ ਪਹੁੰਚਦੀ ਸੀ ਬਿਨਾਂ ਮਾਈਕ ਤੋਂ। ਸੋ ਬੇਟਾ ਇਸ ਕਰਕੇ ਜਦੋਂ ਸ਼ੇਰ ਵਾਂਗ ਗੱਜਦੇ ਸੀ ਨਾ, ਇਸ ਗੱਲ ਕਰਕੇ ਆਪ ਜੀ ਨੂੰ ਪੰਜਾਬ ਕੇਸਰੀ ਕਿਹਾ ਜਾਂਦਾ। ਇੱਕ ਘਟਨਾ ਇਹਨਾਂ ਨਾਲ ਉੱਪਰ ਹੋਰ ਵੀ ਆਪਾਂ ਪੜ੍ਹੀ ਸੀ ਕਿ ਇੱਕ ਵਾਰ ਉਹਨਾਂ ਦੇ ਕੋਲ 5000 ਤੋਂ 6-7 ਆਨੇ ਉੱਪਰ ਪੈਸੇ ਸੀ, ਤਾਂ ਉਹਨਾਂ ਨੇ 5000 ਰੁਪਈਆ ਦੇਸ਼ ਦੀ ਆਜ਼ਾਦੀ ਲਈ ਲੜ ਰਹੀ ਕਾਂਗਰਸ ਨੂੰ ਦੇਤਾ ਅਤੇ 5-7 ਆਨੇ ਆਪਣੇ ਲਈ ਰੱਖੇ। ਅਤੇ ਇਹ ਗੱਲ ਕਰਕੇ ਵੀ ਉਹਨਾਂ ਨੂੰ ਅਸੀਂ ਸੋਚਦੇ ਹਾਂ ਕਿ ਉਹ ਆਪਣੇ ਪੰਜਾਬ ਲਈ ਬਹੁਤ ਸਮਰਪਿਤ ਸਨ। ਅਗਲਾ ਸਵਾਲ ਹੈ ਸੱਸਾ, ਲਾਲਾ ਜੀ ਦੇ ਭਾਸ਼ਣ ਨੂੰ ਸੁਣ ਕੇ ਅਮਰੀਕਾ ਦੇ ਲੋਕਾਂ ਦੀਆਂ ਅੱਖਾਂ ਕਿਵੇਂ ਖੁੱਲ੍ਹ ਗਈਆਂ? ਸੋ ਬੇਟਾ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਜਦੋਂ ਲਾਲਾ ਜੀ ਗਏ ਅਮਰੀਕਾ ਦੇ ਵਿੱਚ, ਇਹਨਾਂ ਨੇ ਉੱਥੋਂ ਦੇ ਲੋਕਾਂ ਨੂੰ ਅਵੇਅਰ ਕੀਤਾ ਕਿ ਭਾਈ ਇੰਡੀਆ ਦੇ ਵਿੱਚ ਸਾਡੇ ਨਾਲ ਜਿਹੜੇ ਅੰਗਰੇਜ਼ ਨੇ ਇਹ ਅਤਿਆਚਾਰ ਕਰ ਰਹੇ ਨੇ, ਇਸ ਤਰ੍ਹਾਂ ਸਾਡਾ ਸ਼ੋਸ਼ਣ ਹੋ ਰਿਹਾ। ਅਤੇ ਉੱਥੋਂ ਦੇ ਜਿਹੜੇ ਬਹੁਤ ਸਾਰੇ ਬੇਟਾ ਕ੍ਰਾਂਤੀਕਾਰੀ ਲੋਕ ਸੀ, ਸਮਝਦਾਰ ਲੋਕ ਸੀ, ਜਦੋਂ ਉਹਨਾਂ ਨੇ ਲਾਲਾ ਜੀ ਦੀਆਂ ਗੱਲਾਂ ਸੁਣੀਆਂ ਅਤੇ ਉਹਨਾਂ ਨੂੰ ਬੜੀ ਹਮਦਰਦੀ ਹੋਈ ਭਾਰਤ ਦੇ ਨਾਲ। ਆਓ ਪੜ੍ਹਦੇ ਹਾਂ ਸਵਾਲ ਨੰਬਰ ਸੱਸਾ ਦਾ ਐਂਸਰ। ਲਾਲਾ ਜੀ ਨੇ ਆਪਣੇ ਭਾਸ਼ਣਾਂ ਰਾਹੀਂ ਦੱਸਿਆ ਕਿ ਹਿੰਦੁਸਤਾਨੀ ਆਪਣੇ ਹੱਕਾਂ ਦੀ ਮੰਗ ਕਰਨ ਵਾਲੇ, ਇਨਸਾਫ ਦੀ ਲੜਾਈ ਵਾਲੇ ਅਤੇ ਕੁਰਬਾਨੀਆਂ ਕਰਨ ਵਾਲੇ ਸਮਝਦਾਰ ਲੋਕ ਹਨ। ਇਹ ਸੁਣ ਕੇ ਅਮਰੀਕੀ ਲੋਕਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ। ਸੋ ਬੇਟਾ ਜਦੋਂ ਉਹਨਾਂ ਨੇ ਦੱਸਿਆ ਨਾ ਕਿ ਅਸੀਂ ਆਪਣੇ ਹੱਕਾਂ ਅਤੇ ਮੰਗਾਂ ਦੀ ਖਾਤਰ ਲੜਨ ਵਾਲੇ ਲੋਕ ਹਾਂ, ਅਸੀਂ ਇੱਦਾਂ ਨਹੀਂ ਡਾਂਗਾਂ ਚੱਕਦੇ, ਇਨਸਾਫ ਦੀ ਲੜਾਈ ਕਰਨ ਵਾਲੇ ਹਾਂ, ਜਦੋਂ ਸਾਡੇ ਨਾਲ ਅਨਿਆਂ ਹੁੰਦਾ ਅਤੇ ਅਸੀਂ ਨਿਆਂ ਮੰਗਣ ਵਾਲੇ ਲੋਕ ਹਾਂ, ਅਤੇ ਕੁਰਬਾਨੀਆਂ ਕਰਨ ਵਾਲੇ ਅਤੇ ਸਮਝਦਾਰ ਲੋਕ ਹਾਂ। ਕੁਰਬਾਨੀਆਂ ਦਾ ਭਾਵ ਵੀ ਜੇਕਰ ਸਾਨੂੰ ਜੇਲ੍ਹ ਜਾਣਾ ਪੈਂਦਾ ਤਾਂ ਅਸੀਂ ਜੇਲ੍ਹ ਵੀ ਜਾਂਦੇ ਹਾਂ, ਅਤੇ ਸਾਨੂੰ ਜਾਨ ਤੱਕ ਦੀ ਬਾਜੀ ਲਾਉਣੀ ਪੈਂਦੀ ਹੈ ਤਾਂ ਅਸੀਂ ਉਹ ਵੀ ਲਾਉਂਦੇ ਹਾਂ। ਕਹਿੰਦਾ ਅਸੀਂ ਕੋਈ ਬੇਵਕੂਫ ਨਹੀਂ, ਸਮਝਦਾਰ ਲੋਕ ਹਾਂ। ਇਹ ਸੁਣ ਕੇ ਅਮਰੀਕਾ ਦੇ ਬਹੁਤ ਸਾਰੇ ਜਿਹੜੇ ਲੋਕ ਸੀਗੇ ਉਹਨਾਂ ਦੀ ਅੱਖਾਂ ਖੁੱਲ੍ਹੀਆਂ। ਪਹਿਲਾਂ ਭਾਰਤੀਆਂ ਨੂੰ ਸਿਰਫ ਬੇਵਕੂਫ ਹੀ ਸਮਝਿਆ ਜਾਂਦਾ ਸੀ ਬਾਹਰਲੇ ਮੁਲਕਾਂ ਦੇ ਵਿੱਚ, ਕਿ ਉਹ ਤਾਂ ਗੁਲਾਮ ਲੋਕ ਨੇ, ਉਹ ਕੋਈ ਪੜ੍ਹੇ ਲਿਖੇ ਨਹੀਂ, ਕੋਈ ਸਮਝਦਾਰ ਨਹੀਂ। ਸੋ ਜਿਹੜੇ ਸਾਡੇ ਬੇਟਾ ਡਾਕਟਰ BR ਅੰਬੇਦਕਰ ਜੀ ਨੇ, ਉਹਨਾਂ ਨੇ ਵੀ ਭਾਰਤੀ ਲੋਕਾਂ ਦੇ ਜੀਵਨ ਬਾਰੇ ਬਹੁਤ ਸਾਰੀ ਜਿਹੜੀ ਜਾਣਕਾਰੀ ਆ ਬਾਹਰਲੇ ਮੁਲਕਾਂ ਨੂੰ ਦਿੱਤੀ, ਪੂਰੀ ਦੁਨੀਆ ਨੂੰ ਦਿੱਤੀ। ਸਾਡੇ ਲੋਕਾਂ ਦੇ ਸੰਘਰਸ਼, ਸਾਡੇ ਲੋਕਾਂ ਦੇ ਉੱਪਰ ਜਿਹੜੇ ਬਿਲਕੁਲ ਨੀਚੇ ਵਾਲੇ ਪੱਧਰ 'ਤੇ ਵੀ ਅਤਿਆਚਾਰ ਹੁੰਦੇ ਸੀ, ਉਹਨਾਂ ਨੂੰ ਡਾਕਟਰ BR ਅੰਬੇਦਕਰ ਜੀ ਨੇ ਪੇਸ਼ ਕੀਤਾ। ਅਤੇ ਜੇ ਅਸੀਂ ਉਹਨਾਂ ਦਿਨਾਂ ਦੀ ਗੱਲ ਕਰੀਏ ਜਿਨ੍ਹਾਂ ਦਿਨਾਂ ਦੇ ਵਿੱਚ ਲਾਲਾ ਲਾਜਪਤ ਰਾਏ ਜੀ ਸੰਘਰਸ਼ ਕਰ ਰਹੇ ਸੀ, ਤਾਂ ਇਹਨਾਂ ਨੇ ਭਾਰਤ ਦੇ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਸੀ ਉਹਨਾਂ ਨੂੰ, ਜਿਵੇਂ ਅਸੀਂ ਅੰਬੇਦਕਰ ਜੀ ਦੀ ਗੱਲ ਕਰਦੇ ਹਾਂ, ਉਸੇ ਤਰ੍ਹਾਂ ਲਾਲਾ ਲਾਜਪਤ ਰਾਏ ਜੀ ਨੇ ਅਮਰੀਕਾ ਦੇ ਵਿੱਚ ਜਾ ਕੇ ਭਾਰਤੀ ਲੋਕਾਂ ਦੀਆਂ ਸਮੱਸਿਆਵਾਂ ਦੁਨੀਆ ਦੇ ਸਾਹਮਣੇ ਪੇਸ਼ ਕੀਤੀਆਂ ਅਤੇ ਬਹੁਤ ਸਾਰੇ ਲੋਕਾਂ ਨੂੰ ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਮੋਟੀਵੇਟ ਕੀਤਾ, ਉਤਸ਼ਾਹਿਤ ਕੀਤਾ। ਸਵਾਲ ਨੰਬਰ ਹਾਹਾ, ਲਾਲਾ ਜੀ ਵੱਲੋਂ ਇਹ ਮਿਸ ਮਿਉਂ ਦੇ ਮੂੰਹ 'ਤੇ ਚਪੇੜ ਸੀ, ਦੱਸੋ ਕਿਵੇਂ? ਉੱਪਰ ਬੇਟਾ ਆਪਾਂ ਕਿਤਾਬ ਦਾ ਜ਼ਿਕਰ ਕੀਤਾ ਸੀ, ਜਿਹਦੇ ਵਿੱਚ ਉਹਨਾਂ ਨੇ ਭਾਰਤ ਮਾਤਾ ਕਿਤਾਬ ਲਿਖ ਕੇ ਉਹਦੇ ਵਿੱਚ ਭਾਰਤੀ ਲੋਕਾਂ ਦੀਆਂ ਬਹੁਤ ਸਾਰੀਆਂ ਕਮਜ਼ੋਰੀਆਂ ਨੂੰ ਪੇਸ਼ ਕੀਤਾ। ਅਤੇ ਫਿਰ ਅੱਗੇ ਲਾਲਾ ਜੀ ਨੇ ਇੱਕ ਕਿਤਾਬ ਲਿਖੀ ਜਿਹਦਾ ਨਾਮ ਸੀ ਦੁਖੀ ਭਾਰਤ। ਇਹਦੇ ਰਾਹੀਂ ਉਹਨਾਂ ਨੇ ਭਾਰਤ ਦੀ ਅਸਲੀ ਤਸਵੀਰ ਦੁਨੀਆ ਸਾਹਮਣੇ ਰੱਖੀ। ਤਾਂ ਉਸ ਕਿਤਾਬ ਦੇ ਵਿੱਚ ਜੋ ਭਾਰਤੀ ਲੋਕਾਂ ਦਾ ਮਜ਼ਾਕ ਉਡਾਇਆ ਗਿਆ ਸੀ, ਉਸ ਮਜ਼ਾਕ ਕੀਤੀਆਂ ਗੱਲਾਂ ਨੂੰ ਜਦੋਂ ਲਾਲਾ ਲਾਜਪਤ ਰਾਏ ਜੀ ਨੇ ਦੁਖੀ ਭਾਰਤ ਰਾਹੀਂ ਪੇਸ਼ ਕੀਤਾ, ਤਾਂ ਇਹ ਲੱਗਦਾ ਸੀ ਕਿ ਉਹਨਾਂ ਦੇ ਮੂੰਹ 'ਤੇ ਉਹਨਾਂ ਨੇ ਚਪੇੜ ਮਾਰੀ। ਮਤਲਬ ਇਹ ਸਮਝਿਆ ਜਾਂਦਾ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਹਾਲਾਤ ਸੀਗੇ। ਉਸ ਕਿਤਾਬ ਦੇ ਵਿੱਚ
ਮਿਸਮੀਓ ਨੇ ਜੋ ਲਿਖਿਆ ਉਹਦਾ ਰਿਪਲਾਈ ਉਹਨਾਂ ਨੇ ਦੁਖੀ ਭਾਰਤ ਕਿਤਾਬ ਲਿਖ ਕੇ ਕੀਤਾ। ਆਓ ਪੜ੍ਹਦੇ ਹਾਂ ਪ੍ਰਸ਼ਨ ਨੰਬਰ ਹਾਹਾ ਦਾ ਉੱਤਰ। ਹਿੰਦੁਸਤਾਨ ਨੂੰ ਦੁਨੀਆ ਵਿੱਚ ਭੰਡਣ ਵਾਲੀ ਮਿਸਮੀਓ ਦੇ ਮੂੰਹ 'ਤੇ ਚਪੇੜ ਮਾਰਨ ਲਈ ਲਾਲਾ ਜੀ ਨੇ ਆਪਣੀ ਕਿਤਾਬ ਦੁਖੀ ਭਾਰਤ ਰਾਹੀਂ ਆਖਿਆ, ਮਿਸਮੀਓ ਨੇ ਕਿਸੇ ਭੰਗਣ ਵਾਂਗ ਸਾਡੇ ਮੁਲਕ ਦੀਆਂ ਨਾਲੀਆਂ ਦਾ ਗੰਦ ਫਰੋਲਿਆ ਹੈ। ਉਹ ਕਹਿੰਦੇ ਸਾਡੀਆਂ ਜਿਹੜੀਆਂ ਬਹੁਤ ਵੱਡੀਆਂ ਕਮਜ਼ੋਰੀਆਂ ਸੀ ਜਾਂ ਜੋ ਸਾਡੀ ਇੱਕ ਅਸੀਂ ਜਿਹੜੀ ਚੀਜ਼ ਨੂੰ ਫਰੋਲਣਾ ਨਹੀਂ ਚਾਹੁੰਦੇ ਉਹ ਫਰੋਲ ਕੇ ਕਹਿੰਦੇ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਹੈ। ਸੋ ਇਹਦੇ ਰਿਪਲਾਈ ਦੇ ਵਿੱਚ ਇਹਨਾਂ ਨੇ ਕਿਤਾਬ ਲਿਖੀ ਸੀ ਦੁਖੀ ਭਾਰਤ, ਜਿਹਨੂੰ ਪੜ੍ਹ ਕੇ ਬਹੁਤ ਸਾਰੇ ਲੋਕਾਂ ਨੇ ਮਿਸਮੀਓ ਦੇ ਕੀਤੇ ਹੋਏ ਸਵਾਲਾਂ ਦੇ ਉੱਪਰ ਸਵਾਲ ਉਠਾਏ ਸਨ। ਅੱਗੇ ਹੈਗਾ ਬੇਟਾ ਸਵਾਲ ਨੰਬਰ ਕੱਕਾ। ਲਾਲਾ ਜੀ ਹੋਰਾਂ ਨੇ ਸਾਈਮਨ ਕਮਿਸ਼ਨ ਦੇ ਵਿਰੁੱਧ ਜਲੂਸ ਕਿਉਂ ਕੱਢਿਆ ਸੀ? 1928 ਦੇ ਵਿੱਚ ਬੇਟਾ ਜਿਹੜਾ ਸਾਈਮਨ ਕਮਿਸ਼ਨ ਭਾਰਤ ਆਉਂਦਾ ਇਹਦਾ ਵਿਰੋਧ ਲਾਲਾ ਜੀ ਨੇ ਕਿਉਂ ਕੀਤਾ, ਉਹ ਪੜ੍ਹਦੇ ਹਾਂ। ਉੱਤਰ, ਹਿੰਦੁਸਤਾਨੀਆਂ ਨੂੰ ਇਸ ਕਮਿਸ਼ਨ ਦਾ ਗਠਨ ਮਨਜ਼ੂਰ ਨਾ ਹੋਣ ਕਾਰਨ ਉਹ ਉਸ ਨੂੰ ਵਾਪਸ ਜਾਣ ਲਈ ਕਹਿ ਰਹੇ ਸਨ। ਇਸੇ ਕਰਕੇ ਲਾਲਾ ਜੀ ਨੇ ਉਸ ਵਿਰੁੱਧ ਜਲੂਸ ਕੱਢਿਆ ਸੀ। ਸੋ ਬੇਟਾ ਉਹਨਾਂ ਦਿਨਾਂ ਦੇ ਵਿੱਚ ਮੰਨਿਆ ਜਾਂਦਾ ਜਿਹੜਾ ਇਹ ਸਾਈਮਨ ਕਮਿਸ਼ਨ ਭਾਰਤ ਦੀ ਰਿਪੋਰਟ ਬਣਾਉਣ ਆਇਆ ਸੀ, ਇਹਦੇ ਵਿੱਚ ਬਹੁਤੇ ਜਿਹੜੇ ਲੋਕ ਸੀਗੇ ਉਹ ਗੈਰ ਭਾਰਤੀ ਸਨ। ਕਿਉਂਕਿ ਜਦੋਂ ਬੇਟਾ ਅਸੀਂ ਕੋਈ ਕਮਿਸ਼ਨਰ ਜਾਂਚ ਲਈ ਜਾਂਦਾ ਹੈ, ਕੋਈ ਕਮੇਟੀ ਬਣਦੀ ਆ, ਜੇ ਉਹਦੇ ਵਿੱਚ ਸਥਾਨਕ ਲੋਕ ਨਾ ਹੋਣ ਤਾਂ ਉਹ ਸਥਾਨਕ ਲੋਕਾਂ ਨੂੰ ਕਿਵੇਂ ਸਮਝੂ ਕਮੇਟੀ? ਉਹ ਕਿਹਾ ਜਾਂਦਾ ਕਿ ਜਿਹੜਾ ਸਾਈਮਨ ਕਮਿਸ਼ਨ ਆ ਰਿਹਾ ਸੀ ਭਾਰਤ, ਇਹਦੇ ਵਿੱਚ ਜਿਹੜੇ ਜ਼ਿਆਦਾਤਰ ਅੰਗਰੇਜ਼ ਅਫਸਰ ਸਹੀ ਸਨ। ਅਤੇ ਇਸ ਚੀਜ਼ ਦਾ ਵਿਰੋਧ ਕੀਤਾ ਲਾਲਾ ਜੀ ਨੇ ਕਿ ਇਸ ਕਮਿਸ਼ਨ ਦੇ ਵਿੱਚ ਸਾਡੇ ਭਾਰਤੀ ਲੋਕਾਂ ਨੂੰ ਕਿਉਂ ਨਹੀਂ ਸ਼ਾਮਲ ਕੀਤਾ ਗਿਆ, ਵੀ ਅਸੀਂ ਜੋ ਇਹ ਰਿਪੋਰਟ ਕਰਨ ਆ ਰਿਹਾ ਕਮਿਸ਼ਨ ਅਸੀਂ ਇਹਦਾ ਵਿਰੋਧ ਕਰਦੇ ਹਾਂ। ਤਾਂ ਕਰਕੇ ਉਹਨਾਂ ਨੇ ਕਿਹਾ ਕਿ ਸਾਈਮਨ ਕਮਿਸ਼ਨ ਗੋ ਬੈਕ, ਤਾਂ ਉਹਨੂੰ ਉਹਨਾਂ ਨੇ ਵਿਰੋਧ ਕੀਤਾ ਸੀ ਕਿ ਭਾਈ ਸਾਡੇ ਭਾਰਤੀ ਲੋਕਾਂ ਨੂੰ ਇਹਦੇ ਸ਼ਾਮਲ ਨਹੀਂ ਕੀਤਾ, ਇਸ ਕਰਕੇ ਅਸੀਂ ਸਾਈਮਨ ਕਮਿਸ਼ਨ ਦਾ ਵਿਰੋਧ ਕਰਦੇ ਹਾਂ। ਸਵਾਲ ਨੰਬਰ ਖੱਖਾ। ਲਾਲਾ ਜੀ ਨੂੰ ਹਸਪਤਾਲ ਕਿਉਂ ਲੈ ਕੇ ਜਾਣਾ ਪਿਆ ਸੀ? ਉੱਤਰ ਹੈ ਮੁਜ਼ਾਹਰੇ ਦੀ ਅਗਵਾਈ ਕਰਦਿਆਂ। ਮੁਜ਼ਾਹਰਾ ਬੇਟਾ ਰੋਸ ਰੈਲੀ ਬੋਲਦੇ ਜਿਹਨੂੰ ਮੁਜ਼ਾਹਰਾ ਕਹਿੰਦੇ ਨੇ ਉਹਨੂੰ, ਜਿਹਦੇ ਵਿੱਚ ਅਸੀਂ ਵਿਰੋਧ ਕਰਦੇ ਹੁੰਦੇ ਹਾਂ। ਅਤੇ ਜਿਹੜਾ ਬੇਟਾ ਸਾਈਮਨ ਕਮਿਸ਼ਨ ਗੋ ਬੈਕ ਦੇ ਨਾਅਰੇ ਲੱਗ ਰਹੇ ਸੀ, ਉਹ ਜਲਸਾ ਨਿਕਲ ਰਿਹਾ ਸੀ, ਉਹਦੀ ਅਗਵਾਈ ਕਰ ਰਹੇ ਸੀ ਲਾਲਾ ਜੀ। ਅਗਵਾਈ ਤੋਂ ਭਾਵ ਹੁੰਦਾ ਬੇਟਾ ਅੱਗੇ ਹੋ ਕੇ ਨਾਅਰੇ ਲਾਉਣੇ, ਲੀਡਰ ਹੋਣਾ ਉਸ ਮੁਜ਼ਾਹਰੇ ਦਾ। ਤਾਂ ਜਦੋਂ ਬੇਟਾ ਅਗਵਾਈ ਕਰ ਰਹੇ ਸਨ ਤਾਂ ਲਾਲਾ ਜੀ ਪੁਲਿਸ ਦੀਆਂ ਡਾਂਗਾਂ ਨਾਲ ਬੁਰੀ ਤਰ੍ਹਾਂ ਫੱਟੜ ਹੋ ਗਏ। ਉਹਨਾਂ ਦਿਨਾਂ ਦੇ ਵਿੱਚ ਬੇਟਾ ਅੰਗਰੇਜ਼ਾਂ ਦਾ ਰਾਜ ਸੀ। ਅੰਗਰੇਜ਼ਾਂ ਨੇ ਕਿਹਾ ਸੀ ਸਾਈਮਨ ਕਮਿਸ਼ਨ ਭਾਰਤ ਆ ਰਿਹਾ, ਕਿਸੇ ਵੀ ਭਾਰਤੀ ਨੇ ਉਹਦਾ ਵਿਰੋਧ ਨਹੀਂ ਕਰਨਾ। ਤਾਂ ਲਾਲਾ ਜੀ ਨੇ ਬਿਲਕੁਲ ਉਸ ਟਾਈਮ ਦੇ ਜਿਹੜੇ ਲਾਅ ਸੀਗਾ, ਕਾਨੂੰਨ ਸੀ, ਉਹਦਾ ਉਲੰਘਣ ਕੀਤਾ। ਮੰਨ ਲਓ ਕਿ ਉਹ ਉਲੰਘਣ ਸੀ ਭਾਰਤੀ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ। ਤਾਂ ਬੇਟਾ ਫਿਰ ਜਿਹੜਾ ਉਸ ਟਾਈਮ ਦਾ ਸਕਾਟ ਨਾਂ ਦਾ ਅੰਗਰੇਜ਼ ਅਫਸਰ ਸੀ, ਉਹਨੇ ਆਰਡਰ ਦਿੱਤਾ ਕਿ ਲਾਠੀ ਚਾਰਜ ਕਰ ਦਿਓ। ਤਾਂ ਬੇਟਾ ਉਸ ਲਾਠੀ ਚਾਰਜ ਦੇ ਵਿੱਚ ਲਾਲਾ ਜੀ ਦੇ ਜਿਹੜਾ ਲਾਠੀ ਚਾਰਜ ਦੇ ਵਿੱਚ ਬਹੁਤ ਸਾਰੀਆਂ ਸੱਟਾਂ ਲੱਗੀਆਂ, ਜ਼ਖਮੀ ਹੋ ਗਏ, ਬੁਰੀ ਤਰ੍ਹਾਂ ਫੱਟੜ ਹੋ ਗਏ। ਇਸ ਕਰਕੇ ਉਹਨਾਂ ਨੂੰ ਹਸਪਤਾਲ ਲੈ ਕੇ ਜਾਣਾ ਪਿਆ। ਇਹਦਾ ਸਧਾਰਨ ਸ਼ਬਦਾਂ 'ਚ ਉੱਤਰ ਦੇਣਾ ਹੋਵੇ ਵੀ ਲਾਲਾ ਜੀ ਲਾਠੀ ਚਾਰਜ ਵਿੱਚ ਜ਼ਖਮੀ ਹੋ ਗਏ ਸਨ, ਇਸ ਕਰਕੇ ਉਹਨਾਂ ਨੂੰ ਹਸਪਤਾਲ ਲੈ ਕੇ ਜਾਣਾ ਪਿਆ। ਸੋ ਅਗਲਾ ਹੈ ਸਵਾਲ ਗੱਗਾ ਕਿ ਲਾਲਾ ਜੀ ਦੀ ਅਰਥੀ ਨਾਲ ਜਾ ਰਹੇ ਜਲੂਸ ਵਿੱਚ ਕੌਣ ਕੌਣ ਸ਼ਾਮਲ ਸਨ? ਜਲੂਸ ਹੁੰਦਾ ਬੇਟਾ ਇਕੱਠ, ਭੀੜ, ਲੋਕ ਜਦੋਂ ਕਿਸੇ ਦੀ ਡੈਥ ਹੁੰਦੀ ਹੈ ਤਾਂ ਬਹੁਤ ਸਾਰੇ ਲੋਕ ਬੇਟਾ ਸੋਗ ਦੇ ਰੂਪ ਵਿੱਚ ਉਹਨਾਂ ਦੀ ਅਰਥੀ ਦੇ ਨਾਲ ਨਾਲ ਚੱਲਦੇ ਨੇ। ਤਾਂ ਕੌਣ ਕੌਣ ਲੋਕ ਸਨ ਜਦੋਂ ਲਾਲਾ ਜੀ ਦੀ ਮੌਤ ਹੁੰਦੀ ਆ, ਕੌਣ ਕੌਣ ਲੋਕ ਉਹਨਾਂ ਦੀ ਅਰਥੀ ਦੇ ਨਾਲ ਗਏ? ਉੱਤਰ ਹੈ ਕਿ ਲਾਲਾ ਜੀ ਦੀ ਅਰਥੀ ਨਾਲ ਜਾ ਰਹੇ ਜਲੂਸ ਵਿੱਚ ਪ੍ਰੋਫੈਸਰ, ਵਿਦਿਆਰਥੀ, ਵਕੀਲ, ਜੱਜ, ਦੁਕਾਨਦਾਰ, ਅਫਸਰ, ਮਜ਼ਦੂਰ ਆਦਿ ਭਾਵ ਸਭ ਵਰਗਾਂ ਦੇ ਲੋਕ ਸ਼ਾਮਲ ਸਨ ਲਾਲਾ ਜੀ ਦੇ ਜਲੂਸ ਵਿੱਚ। ਅੱਗੇ ਹੈਗਾ ਸਵਾਲ ਨੰਬਰ ਘੱਗਾ। ਪੰਡਿਤ ਜਵਾਹਰ ਲਾਲ ਨਹਿਰੂ ਨੇ ਕਿਹੜਾ ਮਤਾ ਪਾਸ ਕੀਤਾ ਸੀ? ਉੱਪਰ ਬੇਟਾ ਜਲੂਸ ਦੇ 2 ਦਲਿੰਕੜ ਪਾਉਣੀਆਂ ਨੇ ਨੀਚੇ, ਅਤੇ ਇਹਦੇ ਵਿੱਚ ਨਹਿਰੂ ਦੇ ਵੀ 2 ਦਲਿੰਕੜ ਪੈਣਗੇ ਰਾਰੇ ਨੂੰ। ਇਹ ਗਲਤੀ ਸੀ ਉੱਪਰਲੇ ਸਵਾਲ ਦੇ ਵਿੱਚ, ਤੁਸੀਂ ਨੇ ਗਲਤੀ ਨਹੀਂ ਕਰਨੀ, ਇਹਨੂੰ ਠੀਕ ਕਰਕੇ ਲਿਖਣਾ। ਅੱਗੇ ਕਹਿੰਦੇ ਜੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਕਿਹੜਾ ਮਤਾ ਪਾਇਆ ਸੀ ਮੁਕੰਮਲ ਆਜ਼ਾਦੀ ਦਾ 1 ਸਾਲ ਬਾਅਦ ਰਾਵੀ ਦੇ ਕਿਨਾਰੇ? ਉੱਤਰ ਹੈ ਕਿ ਰਾਵੀ ਦੇ ਕਿਨਾਰੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਦੇਸ਼ ਲਈ ਮੁਕੰਮਲ ਆਜ਼ਾਦੀ ਦੀ ਮੰਗ ਦਾ ਮਤਾ ਪਾਸ ਕੀਤਾ ਅਤੇ ਤਿਰੰਗਾ ਝੁਲਾਇਆ, ਭਾਵ ਲਹਿਰਾਇਆ। ਮੁਕੰਮਲ ਆਜ਼ਾਦੀ ਤੋਂ ਭਾਵ ਹੁੰਦਾ ਬੇਟਾ ਵੀ ਪੂਰਨ ਸੁਤੰਤਰਤਾ, ਕਿ ਭਾਰਤ ਨੂੰ ਪੂਰੀ ਤਰ੍ਹਾਂ ਆਜ਼ਾਦ ਕਰ ਦਿਓ। ਇਹ ਮਤਾ ਪਾਇਆ ਸੀ। ਮਤਾ ਹੁੰਦਾ ਬੇਟਾ ਅਸੀਂ ਇੱਕ ਮੰਗ ਬਣਾ ਲਈਏ ਅਤੇ ਸਾਰਿਆਂ ਦੇ ਸਾਈਨ ਕਰਾ ਲਈਏ ਕਿ ਭਾਈ ਹੁਣ ਆਪਾਂ ਆਹ ਮੰਗ ਲਈ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਕੁੱਦਣਾ। ਕੀ
ਮੰਗ ਕੀ ਆ ਕਿ ਭਾਰਤ ਨੂੰ ਮੁਕੰਮਲ ਤੌਰ 'ਤੇ ਆਜ਼ਾਦ ਕਰੋ, ਅੰਗਰੇਜ਼ਾਂ ਨੂੰ ਇਸ ਮੁਲਕ ਨੂੰ ਛੱਡ ਕੇ ਜਾਣਾ ਹੀ ਪਏਗਾ, ਉਹਨਾਂ ਨੇ ਇਹ ਮਤਾ ਪਕਾਇਆ ਸੀ। ਅੱਗੇ ਹੈਗਾ ਬੇਟਾ ਵਾਕਾਂ ਵਿੱਚ ਵਰਤੋਂ। ਪਹਿਲਾ ਹੈ ਕਿ ਦਿਲ ਵਿੱਚ ਉਤਰ ਜਾਣਾ। ਦਿਲ ਵਿੱਚ ਉਤਰ ਜਾਣ ਤੋਂ ਭਾਵ ਹੁੰਦਾ ਪੁੱਤਰ ਦਿਲ ਵਿੱਚ ਬਹਿ ਜਾਣਾ। ਲਾਲਾ ਜੀ ਦੀਆਂ ਅੱਖਾਂ ਸਾਰਿਆਂ ਦੇ ਦਿਲ ਵਿੱਚ ਉਤਰ ਜਾਂਦੀਆਂ ਸਨ, ਲਾਲਾ ਜੀ ਦੀਆਂ ਗੱਲਾਂ ਜਿਹੜੀਆਂ ਉਹ ਗੱਲਾਂ ਬੋਲਦੇ ਸੀ ਸਾਰੀਆਂ ਲੋਕਾਂ ਦੇ ਦਿਲ ਦੇ ਅੰਦਰ ਉਤਰ ਜਾਂਦੀਆਂ ਸੀ। ਉਹ ਲੋਕ ਸਾਰੇ ਉਹਦੇ ਉੱਪਰ ਪਹਿਰਾ ਦਿੰਦੇ। 2 ਨੰਬਰ ਹੈ ਟੱਕਰ ਲੈਣੀ। ਟੱਕਰ ਲੈਣੀ ਤੋਂ ਭਾਵ ਹੁੰਦਾ ਮੁਕਾਬਲਾ ਕਰਨਾ। ਸਿੱਖਾਂ ਨੇ ਮੁਗਲ ਸਾਮਰਾਜ ਨਾਲ ਟੱਕਰ ਲਈ ਅਤੇ ਕਈ ਲੜਾਈਆਂ ਜਿੱਤੀਆਂ। ਹੁਣ ਜੇ ਅਸੀਂ ਗੱਲ ਕਰੀਏ ਕਿ ਲਾਲਾ ਜੀ ਨੇ ਅੰਗਰੇਜ਼ ਹਕੂਮਤ ਦੇ ਖਿਲਾਫ ਟੱਕਰ ਲਈ, ਭਗਤ ਸਿੰਘ ਜੀ ਨੇ ਮੁਗਲਾਂ ਦੇ ਅੰਗਰੇਜ਼ ਪ੍ਰਸ਼ਾਸਨ ਦੇ ਖਿਲਾਫ ਟੱਕਰ ਲਈ, ਬੰਦਾ ਸਿੰਘ ਬਹਾਦਰ ਜੀ ਨੇ ਮੁਗਲਾਂ ਦੇ ਖਿਲਾਫ ਟੱਕਰ ਲਈ। ਸੋ ਲੜਨਾ, ਸੱਚ ਲਈ, ਹੱਕ ਲਈ ਲੜਨਾ। ਸਵਾਲ ਨੰਬਰ 3, ਸਿਰ ਧੜ ਦੀ ਬਾਜੀ ਲਾਉਣੀ, ਜਾਨ ਦੀ ਪਰਵਾਹ ਕੀਤੇ ਬਿਨਾਂ ਸੰਘਰਸ਼ ਕਰਨਾ। ਲਾਲਾ ਜੀ ਨੇ ਸਾਈਮਨ ਕਮਿਸ਼ਨ ਦੇ ਵਿਰੋਧ ਲਈ ਸਿਰ ਧੜ ਦੀ ਬਾਜੀ ਲਾ ਦਿੱਤੀ। ਉਹਨਾਂ ਨੂੰ ਪਤਾ ਸੀ ਕਿ ਵਿਰੋਧ ਹੋਊਗਾ, ਗ੍ਰਿਫਤਾਰੀ ਹੋਊਗੀ, ਲਾਠੀ ਚਾਰਜ ਵੀ ਹੋ ਸਕਦਾ। ਇਹ ਸਾਰਾ ਕੁਝ ਸੋਚਣ ਦੇ ਬਾਵਜੂਦ ਵੀ ਉਹਨਾਂ ਨੇ ਸਾਈਮਨ ਕਮਿਸ਼ਨ ਦਾ ਵਿਰੋਧ ਕੀਤਾ, ਭਾਵ ਸਿਰ ਧੜ ਦੀ ਬਾਜੀ ਲਾਈ। ਅਣਹੋਣੀ, ਨਾ ਹੋ ਸਕਣ ਵਾਲੀ। ਹਿੰਮਤੀ ਲੋਕ ਅਣਹੋਣੀ ਨੂੰ ਵੀ ਹੋਣੀ ਵਿੱਚ ਬਦਲ ਦਿੰਦੇ ਹਨ। ਅਣਹੋਣੀ ਹੁੰਦੀ ਹੈ ਜਿਹੜੀ ਨਾ ਹੋ ਸਕੇ। ਮਿਹਨਤ ਅਣਹੋਣੀ ਚੀਜ਼ ਨੂੰ ਹੋਣੀ ਕਰ ਦਿੰਦੀ ਹੈ, ਜਾਂ ਹੋਣੀ ਨੂੰ ਅਣਹੋਣੀ ਕਰ ਦਿੰਦੀ ਹੈ। ਜਿਹੜੀ ਚੀਜ਼ ਸਾਨੂੰ ਡਰ ਹੋਵੇ ਉਹਦਾ ਡਰ ਦੂਰ ਕਰ ਦਿੰਦੀ ਆ। ਮਿਹਨਤ, ਹਿੰਮਤ, ਸੰਘਰਸ਼ ਹੋਣੀ ਨੂੰ ਅਣਹੋਣੀ ਵਿੱਚ ਬਦਲ ਦਿੰਦੀ ਹੈ ਅਤੇ ਅਣਹੋਣੀ ਨੂੰ ਹੋਣੀ ਵਿੱਚ ਬਦਲ ਦਿੰਦੀ ਹੈ। ਜੋ ਚੀਜ਼ ਹੋ ਨਹੀਂ ਸਕਦੀ ਮਿਹਨਤ ਨਾਲ ਅਸੀਂ ਉਹਨੂੰ ਕਰ ਸਕਦੇ ਹਾਂ। ਜਿਹੜੀ ਚੀਜ਼ ਲੱਗੇ ਕਿ ਹੋ ਜੂਗੀ, ਜੇ ਅਸੀਂ ਮਿਹਨਤ ਕਰੀਏ ਉਹਦਾ ਵਿਰੋਧ ਕਰਕੇ ਉਹਨੂੰ ਰੋਕ ਵੀ ਸਕਦੇ ਹਾਂ। ਸੋ ਬੇਟਾ ਇਹਦੇ ਦੋਏ ਮੁਹਾਵਰੇ ਤੁਸੀਂ ਬਣਾ ਸਕਦੇ ਹੋ। ਮੱਥਾ ਲਾਉਣਾ, ਮੱਥਾ ਲਾਉਣ ਤੋਂ ਭਾਵ ਹੁੰਦਾ ਟੱਕਰ ਲੈਣੀ। ਦੇਸ਼ ਭਗਤਾਂ ਨੇ ਦੇਸ਼ ਦੀ ਆਜ਼ਾਦੀ ਲਈ ਅੰਗਰੇਜ਼ੀ ਸਾਮਰਾਜ ਨਾਲ ਮੱਥਾ ਲਾ ਲਿਆ। ਮੱਥਾ ਲਾ ਲਿਆ ਤੋਂ ਭਾਵ ਹੁੰਦਾ ਬੇਟਾ ਟੱਕਰ ਲੈਣੀ। ਸੋ ਅਗਲਾ ਹੈ ਸੇਕੜਲੀ, ਆਖਰੀ। ਚਿੱਟਕੁਲ ਭਾਰਤ ਦਾ ਸੇਕੜਲਾ ਪਿੰਡ ਹੈ। ਚਿੱਟਕੁਲ ਜਾਂ ਅਸੀਂ ਕਹੀਏ ਬੇਟਾ ਕਿ ਜਦੋਂ ਲਾਲਾ ਲਾਜਪਤ ਰਾਏ ਜੀ ਭਾਸ਼ਣ ਦਿੰਦੇ ਸਨ ਤਾਂ 1 ਲੱਖ ਲੋਕਾਂ ਦੇ ਇਕੱਠ ਦੀ ਪਹਿਲੀ ਲਾਈਨ ਤੋਂ ਲੈ ਕੇ ਆਖਰੀ ਸੇਕੜਲੀ ਲਾਈਨ ਤੱਕ ਉਹਨਾਂ ਦੀ ਆਵਾਜ਼ ਸੁਣਾਈ ਦਿੰਦੀ ਸੀ। ਪਹਿਲੀ ਤੋਂ ਆਖਰੀ, ਅਖੀਰਲਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖ ਧਰਮ ਦੇ ਸੇਕੜਲੇ ਗੁਰੂ ਹਨ, ਅਖੀਰਲੇ ਗੁਰੂ ਹਨ। ਉਹਨਾਂ ਤੋਂ ਬਾਅਦ ਦੇਹਧਾਰੀ ਕੋਈ ਗੁਰੂ ਨਹੀਂ। ਉਂਝ ਸਾਡੇ ਅੰਤਮ ਗੁਰੂ ਨੇ ਜਿਹੜੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ। ਅੱਗੇ ਹੈਗਾ ਬੇਟਾ ਮੁਜ਼ਾਹਰਾ, ਜਿਵੇਂ ਅਸੀਂ ਕਹਿੰਦੇ ਮੁਜ਼ਾਹਰਾ ਕਰਨਾ, ਦਿਖਾਵਾ। ਸਰਕਾਰ ਦੀਆਂ ਗਲਤ ਨੀਤੀਆਂ ਵਿਰੁੱਧ ਮੁਜ਼ਾਹਰੇ ਕਰਨਾ ਲੋਕਾਂ ਦਾ ਹੱਕ ਹੈ। ਦਾਹ ਸੰਸਕਾਰ, ਵਿਧੀਗਤ ਢੰਗ ਨਾਲ ਫੂਕੀ ਮੁਰਦਾ ਦੇ। ਸੰਸਕਾਰ ਤੋਂ ਭਾਵ ਹੁੰਦਾ ਕਿਸੇ ਦੀ ਜਿਹੜੀ ਪਾਵਨ ਸਰੀਰ ਹੁੰਦਾ ਬੇਟਾ ਉਹਦਾ ਸੰਸਕਾਰ ਕਰਨਾ, ਉਹਨਾਂ ਨੂੰ ਅਗਨੀ ਭੇਟ ਕਰਨਾ, ਦਫਨਾਉਣਾ, ਹੈ ਨਾ, ਇਸ ਤਰ੍ਹਾਂ। ਅਗਲਾ ਹੈਗਾ ਬੇਟਾ ਹੇਠ ਲਿਖੇ ਸ਼ਬਦਾਂ ਦੇ ਅੱਗੇ ਹੋਰ ਸ਼ਬਦ ਜਾਂ ਸ਼ਬਦਾਂਸ਼ ਲਾ ਕੇ ਨਵਾਂ ਸ਼ਬਦ ਬਣਾਓ। ਕਾਰ, ਇਹਦੇ ਮੂਹਰੇ ਸੱਸਾ ਰਾਰਾ ਸਰ ਲਾਤਾ, ਸਰ ਕਾਰ। ਅੱਗੇ ਲੱਗਿਆ ਬਾਣੀ, ਬਾਣੀ ਦੇ ਮੂਹਰੇ ਗੁਰ ਲਾਤਾ ਅਤੇ ਕੀ ਬਣ ਗਿਆ ਗੁਰ ਬਾਣੀ। ਤਾਲ, ਇਹਦੇ ਮੂਹਰੇ ਸੁਰ ਲਾਤਾ, ਇਹ ਬਾਕੀ ਬਣ ਗਿਆ ਸੁਰ ਤਾਲ। ਇਹ ਬੇਟਾ ਮਤਲਬ ਅਨਕੰਪਲੀਟ ਸ਼ਬਦ ਨੇ ਲਾਸਟ ਦੋ, ਉਹਨਾਂ ਦੇ ਅੱਗੇ ਕੋਈ ਵੀ ਸ਼ਬਦ ਲਾਓ ਕਿ ਉਹਦੇ ਸਾਰਥਕ ਅਰਥ ਬਣ ਜਾਣ। ਫੋਨ, ਫੋਨ ਦੇ ਮੂਹਰੇ ਲਾਤਾ ਟੈਲੀਫੋਨ। ਹੋਣੀ, ਹੋਣੀ ਦੇ ਅੱਗੇ ਕੀ ਲਾਇਆ ਅਣ, ਇਹ ਕੀ ਬਣ ਗਿਆ ਅਣ ਹੋਣੀ। ਅੱਗੇ ਹੈਗਾ ਧੜ, ਧੜ ਦੇ ਮੂਹਰੇ ਅਸੀਂ ਲਾਤਾ ਸਿਰ, ਇਹ ਕੀ ਸ਼ਬਦ ਬਣ ਗਿਆ ਸਿਰ ਧੜ। ਦੇਸੀ, ਦੇਸੀ ਦੇ ਮੂਹਰੇ ਅਸੀਂ ਪਰ ਵੀ ਲਾ ਸਕਦੇ ਹਾਂ, ਕੀ ਬਣ ਜੂਗਾ ਪਰਦੇਸੀ। ਜੇ ਲਿਖਿਆ ਹੋਇਆ ਦੇਸੀ ਦੇ ਮੂਹਰੇ ਲਾ ਲਓ ਸਭ ਤਾਂ ਬਣ ਗਿਆ ਸਵਦੇਸੀ, ਜਿਹਨੂੰ ਅਸੀਂ ਭਾਰਤੀ ਕਹਿੰਦੇ ਹਾਂ। ਪਰਦੇਸੀ ਹੁੰਦਾ ਜਿਹੜਾ ਬਾਹਰਲੇ ਮੁਲਕ ਦਾ ਹੋਵੇ। ਅੱਗੇ ਹੈਗਾ ਬੇਟਾ ਵਿਆਕਰਨ, ਵਿਆਕਰਨ ਦੇ ਵਿੱਚ ਅਸੀਂ ਲਿਖਣਾ ਸੰਬੰਧਕ। ਸੰਬੰਧਕ ਕੀ ਹੁੰਦਾ ਬਈ, ਜਿਹੜਾ ਸ਼ਬਦ ਵਾਕ ਵਿੱਚ ਨਾਮ, ਪੜਨਾਮ ਜਾਂ ਵਿਸ਼ੇਸ਼ਣ ਸ਼ਬਦ ਦਾ ਇੱਕ ਦੂਜੇ ਨਾਲ ਹੋਰਨਾਂ ਸ਼ਬਦਾਂ ਨਾਲ ਸੰਬੰਧ ਪ੍ਰਗਟ ਕਰੇ ਉਸ ਨੂੰ ਸੰਬੰਧਕ ਕਿਹਾ ਜਾਂਦਾ ਹੈ। ਜਿਵੇਂ ਇਹ ਫੁੱਟਬਾਲ ਜਸਵਿੰਦਰ ਦੀ ਹੈ ਜਾਂ ਦਾ ਹੈ। ਜਿਹੜਾ ਦਾ ਹੈ ਬੇਟਾ ਉਹ ਫੁੱਟਬਾਲ ਦਾ ਸੰਬੰਧ ਆ ਜਿਹੜਾ ਜਸਵਿੰਦਰ ਨਾਲ ਜੋੜਦਾ ਹੈ। ਸੋ ਅੱਗੇ ਅਸੀਂ ਗੱਲ ਕਰਦੇ ਹਾਂ ਸੰਬੰਧਕ ਦੀਆਂ ਟਾਈਪਸ।
ਸੰਬੰਧਕ ਦੋ ਪ੍ਰਕਾਰ ਦੇ ਹੁੰਦੇ ਹਨ। ਇੱਕ ਹੁੰਦੇ ਹਨ ਪੂਰਨ ਸੰਬੰਧਕ, ਇੱਕ ਹੁੰਦੇ ਹਨ ਅਪੂਰਨ ਸੰਬੰਧਕ। ਆਓ ਪੜ੍ਹਦੇ ਹਾਂ ਪਹਿਲਾਂ ਪੂਰਨ ਸੰਬੰਧਕ। ਕਿਹਾ ਜਾਂਦਾ ਹੈ ਕਿ ਜਿਹੜੇ ਸ਼ਬਦ ਇਕੱਲੇ ਹੀ ਸੰਬੰਧਕ ਦਾ ਕੰਮ ਕਰਨ ਉਹਨਾਂ ਨੂੰ ਪੂਰਨ ਸੰਬੰਧਕ ਕਿਹਾ ਜਾਂਦਾ ਹੈ। ਜਿਵੇਂ ਲਾਲਾ ਜੀ ਦੇ ਨਾਨਕੇ ਸਿੱਖ ਸਨ। ਜਿਹੜਾ ਦੇ ਸ਼ਬਦ ਆ ਬੇਟਾ ਉਹ ਕੀ ਆ ਬਈ ਪੂਰਨ ਸੰਬੰਧਕ, ਜਿਹਦੇ ਨਾਲ ਗੱਲ ਇੱਕ ਵਾਰ 'ਚ ਕਲੀਅਰ ਹੁੰਦੀ ਆ, ਇਕੱਲਾ ਲੱਗਦਾ ਹੈ। ਅੱਗੇ ਹੈਗਾ ਅਪੂਰਨ ਸੰਬੰਧਕ। ਜਿਹੜੇ ਸ਼ਬਦ ਇਕੱਲੇ ਸੰਬੰਧਕ ਦਾ ਕੰਮ ਨਾ ਕਰਨ ਜਾਂ ਨਾ ਕਰ ਸਕਣ ਅਤੇ ਪੂਰਨ ਸੰਬੰਧਕ ਨਾਲ ਮਿਲ ਕੇ ਸੰਬੰਧਕ ਬਣਨ ਉਹਨਾਂ ਨੂੰ ਅਪੂਰਨ ਸੰਬੰਧਕ ਕਿਹਾ ਜਾਂਦਾ ਹੈ। ਜਿਵੇਂ ਚੰਡੀਗੜ੍ਹ ਫਰੀਦਕੋਟ ਤੋਂ ਦੂਰ ਹੈ। ਕੱਲਾ ਅਸੀਂ ਚੰਡੀਗੜ੍ਹ ਦੀ ਗੱਲ ਨਹੀਂ ਕਰ ਰਹੇ, ਕਹਿੰਦੇ ਚੰਡੀਗੜ੍ਹ ਇੱਥੇ ਅਨਕੰਪਲੀਟ ਸ਼ਬਦ ਆ, ਬਟ ਇਹਦੇ ਨਾਲ ਇੱਕ ਹੋਰ ਲੱਗਦਾ ਅਪੂਰਨ ਸੰਬੰਧਕ। ਇਹਨੂੰ ਕਿਵੇਂ ਕਹਿੰਦੇ ਆ? ਕਹਿੰਦੇ ਚੰਡੀਗੜ੍ਹ ਕੌਮਾ ਫਰੀਦਕੋਟ ਤੋਂ ਦੂਰ ਹੈ। ਇਹ ਅਪੂਰਨ ਸੰਬੰਧਕ ਦੀ ਉਦਾਹਰਨ ਹੈ। ਸੋ ਬੇਟਾ ਨੀਚੇ ਜਿਹੜੀਆਂ ਫੋਟੋਆਂ ਨੇ ਤੁਹਾਨੂੰ ਕਿਹਾ ਗਿਆ ਸੀ ਲਾਲਾ ਲਾਜਪਤ ਰਾਏ ਦੀਆਂ ਓਰੀਜਨਲ ਫੋਟੋਆਂ ਤੁਹਾਡੇ ਨਾਲ ਸਾਂਝੀਆਂ ਹੋਣਗੀਆਂ। ਇਹ ਪਹਿਲੀ ਫੋਟੋ ਦੇ ਵਿੱਚ ਬੇਟਾ ਦੇਖ ਸਕਦੇ ਹੋ ਲਾਲਾ ਲਾਜਪਤ ਰਾਏ ਜਵਾਨੀ ਸਮੇਂ। ਲਾਲਾ ਲਾਜਪਤ ਰਾਏ ਜੀ ਆ ਜਿਹੜਾ ਅਸੀਂ ਕਹਿੰਦੇ ਹਾਂ ਥੋੜ੍ਹਾ ਜਿਹਾ ਜਵਾਨੀ ਅਵਸਥਾ ਤੋਂ ਬਾਅਦ ਦੀ ਫੋਟੋ ਆ। ਇਹਦੇ ਵਿੱਚ ਮੁੱਛਾਂ ਦੇਖ ਸਕਦੇ ਉਹਨਾਂ ਦੀਆਂ ਕਾਲੀਆਂ ਨੇ ਅਤੇ ਇੱਥੇ ਨੇ ਥੋੜ੍ਹੀਆਂ ਚਿੱਟੀਆਂ ਨੇ। ਸੋ ਇਹ ਲਾਲਾ ਲਾਜਪਤ ਰਾਏ ਦੀਆਂ ਬੇਟਾ ਫੋਟੋਆਂ ਸਨ। ਉੱਪਰ ਅਸੀਂ ਵਿਚਾਰ ਚਰਚਾ ਦੇ ਦੌਰਾਨ ਤੁਹਾਡੇ ਨਾਲ ਪਾਠ ਬਾਰੇ ਸਧਾਰਨ ਸ਼ਬਦਾਂ ਦੇ ਵਿੱਚ ਗੱਲਬਾਤ ਕੀਤੀ, ਪਾਠ ਨਾਲ ਸੰਬੰਧਿਤ ਵਿਸ਼ੇਸ਼ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਅਤੇ ਸਵਾਲ ਉੱਤਰ ਕੀਤੇ। ਪ੍ਰਸ਼ਨ ਉੱਤਰ ਤੁਹਾਡੇ ਨਾਲ ਇਸ ਦੇ ਜਿਹੜੇ ਕੰਪਲੀਟ ਬੇਟਾ ਇਸ ਵੀਡੀਓ ਦੇ ਵਿੱਚ ਹੁੰਦੇ ਨੇ। ਸੋ ਭਵਿੱਖ ਦੇ ਵਿੱਚ 7ਵੀਂ ਜਮਾਤ ਦੀ ਪਾਠ ਪੁਸਤਕ ਨਾਲ ਸੰਬੰਧਿਤ ਹੋਰ ਵੀਡੀਓ, ਹੋਰ ਜਾਣਕਾਰੀ ਸੁਣਨ ਲਈ, ਸਾਂਝੀ ਕਰਨ ਲਈ ਹਮੇਸ਼ਾ ਜੁੜੇ ਰਹੋ ਆਪਣੇ ਚੈਨਲ ਦੇ ਨਾਲ, ਜਿਸ ਦਾ ਨਾਮ ਹੈ ਪੰਜਾਬੀ ਐਜੂਕੇਸ਼ਨ ਚੈਨਲ। ਇਸ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ।